Yes, please. Good morning, sir. Good morning. Good morning, ji. Good morning, sir. Good Good morning, morning, ji. sir. Good morning. Good morning. Good morning, everyone. Today we will discuss National Examination Paper number 5, Indian Penal Code. Indian Penal Code 1860 from section 309 310 310 नंबर सेक्शन तो ਆਪਾਂ ਸ਼ੁਰੂ ਕਰਾਂਗੇ। ਆਪਣੀ ਆਪਣੀ ਬੁੱਕ ਸਰ ਖੋਲੋ ਜੀ। ਇੰਡੀਅਨ ਪੀਨਲ ਕੋਡ ਆਈਪੀਸੀ सेक्शन 310 सेक्शन 310 ਡੈਫੀਨੇਸ਼ਨ ਆਫ ਠੱਗ। ਠੱਗ ਕਿਹਨੂੰ ਕਿਹਾ ਜਾਂਦਾ? ਇਹਦੇ ਵਿੱਚ ਦੱਸਿਆ ਸ਼ੈਲ ਹੈਵ ਬੀਨ ਹੈਪਚੁਅਲੀ ਐਸੋਸੀਏਟਡ ਵਿਦ ਐਨੀ ਅਦਰ ਔਰ ਅਦਰਸ ਫਾਰ ਦਾ ਪਰਪਸ ਆਫ ਕਮਿਟਿੰਗ ਰੋਬਰੀ ਔਰ ਚਾਈਲਡ ਸਟੀਲਿੰਗ। ਕੋਈ ਰੋਬਰੀ ਕਮਿਟ ਕਰਨ ਦਾ ਆਦੀ ਹੋਵੇ ਜਾਂ ਚਾਈਲਡ ਬੱਚਿਆਂ ਨੂੰ ਚੋਰੀ ਕਰਨ ਦਾ ਆਦੀ ਹੋਵੇ ਬਾਈ ਮੀਨਸ ਆਫ ਕੰਪਨੀ ਵਿਦ ਮਰਡਰ ਵੀ ਕਰ ਸਕਦਾ ਹੋਵੇ ਨਾਲ ਨਾਲ ਰੋਬਰੀ ਕਰਦੇ ਹੋਏ ਤਾਂ ਉਹਨੂੰ ਠੱਗ ਕਹਿੰਦੇ ਆ। ਤੇ ਇਹਦੀ ਪਨਿਸ਼ਮੈਂਟ ਕਿੰਨੀ ਹੁੰਦੀ ਹੈ? ਠੱਗ ਨੂੰ ਕਿੰਨੀ ਪਨਿਸ਼ਮੈਂਟ ਹੋ ਸਕਦੀ ਹੈ? ਇੰਪ੍ਰਿਜ਼ਨਮੈਂਟ ਫਾਰ ਲਾਈਫ ਹੋ ਸਕਦੀ ਹੈ। ਨੈਕਸਟ ਸਾਡਾ ਹੈਡ ਹੈਗਾ ਕਾਜ਼ਿੰਗ ਮਿਸਕੈਰੇਜ। ਕਾਜ਼ਿੰਗ ਮਿਸਕੈਰੇਜ of injuries to unborn child, of the exposure of infants, and of concealment of the births. ਇਹ ਇੰਪੋਰਟੈਂਟ ਤੁਹਾਡਾ ਸੈਕਸ਼ਨ ਹੈਗਾ। ਇਹਦੇ ਵਿੱਚੋਂ ਕੁਐਸਚਨ ਆਉਂਦੇ ਰਹਿੰਦੇ ਨੇ ਪੇਪਰ ਦੇ ਵਿੱਚ। ਕਾਜ਼ਿੰਗ ਮਿਸਕੈਰੇਜ ਯਾਨੀ ਕਿ ਅਬੋਰਸ਼ਨ ਦੀ ਗੱਲ ਕਰਦੇ ਆ ਇੱਥੇ। whoever voluntarily causes a woman with child to miscarry shall, if such miscarriage do not caused in good faith, ਜਦੋਂ ਕੋਈ ਗੁੱਡ ਫੇਥ ਦੇ ਵਿੱਚ ਕਿਸੇ ਦਾ ਅਬੋਰਸ਼ਨ ਨਾ ਕੀਤਾ ਜਾਵੇ, ਅਦਰਵਾਈਜ਼ ਅਬੋਰਸ਼ਨ ਕਰ ਦਿੱਤਾ ਜਾਵੇ, ਮਿਸਕੈਰੇਜ ਕਰ ਦਿੱਤਾ ਜਾਵੇ ਕਿਸੇ ਵੂਮਨ ਨੂੰ, punished with imprisonment of either description for a term which may extend to 3 years, 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, or with fine or with both, and if the woman be quick with child shall be punished with, ਜੇਕਰ ਮਤਲਬ ਜਿਹੜਾ ਬੱਚਾ ਹੈਗਾ ਉਹ ਬਿਲਕੁਲ ਹੀ ਬਰਥ ਦੇ ਨੇੜੇ ਹੋਵੇ ਤਾਂ ਜਿਹੜੀ ਸਜ਼ਾ ਹੈਗੀ ਇਹ 7 ਸਾਲ ਤੱਕ ਦੀ ਹੋ ਸਕਦੀ ਹੈ। ਕੁਇਕ ਵਿਦ ਚਾਈਲਡ ਯਾਨੀ ਕਿ ਉਸਦੇ ਜਿਹੜੇ ਹੈਗੇ ਨੇ ਮੂਵਮੈਂਟਸ ਸਟਾਰਟ ਹੋ ਚੁੱਕੇ ਹੋਣ ਬੱਚੇ ਦੇ, ਠੀਕ ਹੈ, ਤਦ ਜੇ ਕੋਈ ਮਿਸਕੈਰੇਜ ਕਰਦਾ ਹੈਗਾ, ਅਬੋਰਸ਼ਨ ਕਰਦਾ ਹੈਗਾ ਤਾਂ ਉਸ ਵਿਅਕਤੀ ਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਸੈਕਸ਼ਨ 313 ਕਾਜ਼ਿੰਗ ਮਿਸਕੈਰੇਜ ਵਿਦਆਊਟ ਦਾ ਵੂਮਨਸ ਕੰਸੈਂਟ। ਉੱਪਰਲਾ ਸੈਕਸ਼ਨ 312 ਸੀ, ਬੇਸ਼ੱਕ ਵੂਮਨ ਨੇ ਕੰਸੈਂਟ ਦਿੱਤੀ ਹੀ ਹੋਵੇ, ਠੀਕ ਹੈ। ਤੇ ਸੈਕਸ਼ਨ 313 ਚ ਕਿਹਾ ਗਿਆ ਹੈ ਵੂਮਨ ਦੀ ਕੰਸੈਂਟ ਤੋਂ ਬਿਨਾਂ, ਵਿਦਆਊਟ ਦਾ ਕੰਸੈਂਟ ਆਫ ਦਾ ਵੂਮਨ ਕੁਇਕ ਵਿਦ ਚਾਈਲਡ ਔਰ ਨਾਟ, ਬੱਚੇ ਦੀਆਂ ਮੂਵਮੈਂਟਸ ਬੇਸ਼ੱਕ ਆਈਆਂ ਹੋਣ ਜਾਂ ਬੇਸ਼ੱਕ ਨਾ ਆਈਆਂ ਹੋਣ, ਠੀਕ ਹੈ, ਤੇ ਬਿਨਾਂ ਕੰਸੈਂਟ ਤੋਂ ਜੇ ਕੋਈ ਅਬੋਰਸ਼ਨ ਕਰਦਾ ਹੈਗਾ ਕਿਸੇ ਲੇਡੀ ਦਾ ਤਦ ਉਸ ਨੂੰ ਜਿਹੜੀ ਸਜ਼ਾ ਹੁੰਦੀ ਹੈ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ ਤੇ 10 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ। ਡਿਸਕ੍ਰਿਪਸ਼ਨ ਫॉर a term which may extend to 10 years and shall also be liable to fine। फिर है सेक्शन 314 वेरी इंपॉर्टेंट हैगा, डेथ काज्ड बाय एक्ट डन विद इंटेंट टू काज मिसकैरेज। ਅਬੋਰਸ਼ਨ ਕਰਦੇ ਕਰਦੇ ਮਿਸਕੈਰੇਜ ਦੇ ਦੌਰਾਨ ਡੈਥ ਹੋ ਜਾਂਦੀ ਹੈ, ਕੋਈ ਐਸਾ ਕੰਮ ਹੋ ਜਾਂਦਾ ਜਿਹਦੇ ਕਾਰਨ ਡੈਥ ਹੋ ਜਾਂਦੀ ਹੈ ਵੂਮਨ ਦੀ। whoever with intent to cause the miscarriage of a woman with child does any act which causes the death of such woman shall be punished with imprisonment of either description for a term which may extend to 10 years। 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ। if the act done without the woman's consent, ਪਹਿਲੇ ਪੈਰੇ ਦੇ ਵਿੱਚ ਹੈ ਬੇਸ਼ੱਕ ਕੰਸੈਂਟ ਦਿੱਤੀ ਹੀ ਹੋਵੇ ਲੇਡੀ ਨੇ, ਕਿਉਂਕਿ ਅਬੋਰਸ਼ਨ ਕਰਨਾ ਵੈਸੇ ਹੀ ਇਲੀਗਲ ਹੈਗਾ। ਜੇਕਰ ਇਨ ਗੁੱਡ ਫੇਥ ਕਿਸੇ ਲੇਡੀ ਨੂੰ ਬਚਾਉਣ ਦੀ ਖਾਤਰ ਕੀਤਾ ਹੋਵੇ ਉਹ ਗੱਲ ਵੱਖਰੀ ਹੈਗੀ ਆ, ਅਦਰਵਾਈਜ਼ ਜਿਹੜਾ ਅਬੋਰਸ਼ਨ ਹੈਗਾ ਉਹ ਇਲੀਗਲ ਹੈਗਾ। ਆਪਾਂ ਪੜ੍ਹ ਚੁੱਕੇ ਹਾਂ ਉੱਪਰ ਵੀ, ਤੇ ਇੱਥੇ ਦੋ ਪੈਰੇ, ਪਹਿਲੇ ਪੈਰੇ ਦੇ ਵਿੱਚ ਲੇਡੀ ਨੇ ਕੰਸੈਂਟ ਦਿੱਤੀ ਹੀ ਹੋਵੇ, ਡੈਥ ਸੱਚ ਲੇਡੀ ਦੀ ਡੈਥ ਹੋ ਚੁੱਕੀ ਹੋ ਜਾਵੇ ਅਬੋਰਸ਼ਨ ਦੇ ਨਾਲ, ਕੋਈ ਐਸਾ ਕੰਮ ਕਰਦੇ ਕਰਦੇ ਕੋਈ ਗਲਤ, 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਉਸ ਨੂੰ ਵਿਅਕਤੀ ਨੂੰ ਜਿਹਨੇ ਅਬੋਰਸ਼ਨ ਕੀਤਾ ਹੋਵੇ। ਇਫ ਐਕਟ ਡਨ ਵਿਦਆਊਟ ਦਾ ਵੂਮਨਸ ਕੰਸੈਂਟ, ਜੇ ਕੰਸੈਂਟ ਵੀ ਨਾ ਦਿੱਤੀ ਹੋਵੇ ਲੇਡੀ ਨੇ
फिर भी लेडी की डेथ हो जाती है तो फिर ये उम्र कैद हो सकती है विद पनिशमेंट इंप्रिजमेंट उम्र कैद की सजा हो सकती है दोषी ਨੂੰ। ਸੈਕਸ਼ਨ 315 ਚ ਕੀ ਕਿਹਾ ਹੈ ਐਕਟ ਡਨ ਵਿਦ ਦ ਇੰਟੈਂਟ ਟੂ ਪ੍ਰੀਵੈਂਟ ਚਾਈਲਡ ਬੀਇੰਗ ਬੋਰਨ ਅਲਾਈਵ ਐਕਟ ਡਨ ਵਿਦ ਇੰਟੈਂਟ ਟੂ ਪ੍ਰੀਵੈਂਟ ਚਾਈਲਡ ਬੀਇੰਗ ਬੋਰਨ ਅਲਾਈਵ ਵੀ ਬੱਚਾ ਜਿੰਦਾ ਨਾ ਪੈਦਾ ਹੋਵੇ ਔਰ ਟੂ ਕਾਜ਼ ਇਟ ਟੂ ਡਾਈ ਆਫਟਰ ਡੈਥ ਐਦਾਂ ਦਾ ਐਕਟ ਕਰ ਦੇਣਾ ਬਰਥ ਦੇ ਦੌਰਾਨ ਐਦਾਂ ਦਾ ਐਕਟ ਕਰ ਦੇਣਾ ਵੀ ਜਾਂ ਤਾਂ ਉਹਦੀ ਅੰਦਰੀ ਡੈਥ ਹੋ ਜਾਏ ਮੌਮ ਦੇ ਵਿੱਚ ਜਾਂ ਬਾਹਰ ਬਰਥ ਤੋਂ ਬਾਅਦ ਉਹਦੀ ਡੈਥ ਹੋ ਜਾਵੇ ਤਾਂ ਐਸੇ ਵਿਅਕਤੀ ਨੂੰ ਜਿਹਦੇ ਵੱਲੋਂ ਐਸਾ ਐਕਟ ਕੀਤਾ ਜਾਂਦਾ ਹੈ ਸ਼ਰਤ ਇਹ ਹੈ ਵੀ ਗੁੱਡ ਫੇਥ ਵਿੱਚ ਨਾ ਕੀਤਾ ਗਿਆ ਹੋਵੇ ਠੀਕ ਹੈ ਬੀ ਪਨਿਸ਼ਡ ਵਿਦ ਇੰਪ੍ਰਿਜ਼ਨਮੈਂਟ ਔਰ ਇਹ ਟਰਮ ਵਿੱਚ ਮੈਂ ਐਕਸਟੈਂਡ ਟੂ 10 ਇਅਰਸ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜਿੱਥੇ ਕਿਤੇ ਮੈਲਾ ਇੰਟੈਂਸ਼ਨ ਹੋਵੇ ਉਸ ਵਿਅਕਤੀ ਦੀ ਡਾਕਟਰ ਦੀ ਕਰੋ ਜਾਂ ਜੋ ਵੀ ਬਰਥ ਕਰਵਾ ਰਿਹਾ ਹੈਗਾ ਬੱਚੇ ਨੂੰ ਇਦਾਂ ਦਾ ਕੋਈ ਨਾ ਕੋਈ ਇੰਜਰੀ ਕਰ ਦਿੱਤੀ ਜਾਵੇ ਮੌਮ ਦੇ ਵਿੱਚ ਡੈਥ ਹੋ ਜਾਵੇ ਜਾਂ ਬਰਥ ਹੋਣ ਤੋਂ ਬਾਅਦ ਡੈਥ ਹੋ ਜਾਵੇ ਇਸ ਅਟੈਂਸ਼ਨ ਦੇ ਨਾਲ ਡੈਥ ਮਤਲਬ ਕਿ ਵਰਕ ਕੀਤਾ ਗਿਆ ਹੋਵੇ ਤਾਂ ਉਸ ਵਿਅਕਤੀ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ ਨੈਕਸਟ ਸੈਕਸ਼ਨ 316 ਕਾਜ਼ਿੰਗ ਡੈਥ ਆਫ ਕੁਇਕ ਅਨਬੋਰਨ ਚਾਈਲਡ ਕਾਜ਼ਿੰਗ ਡੈਥ ਆਫ ਕੁਇਕ ਅਨਬੋਰਨ ਚਾਈਲਡ ਬਾਈ ਐਕਟ ਅਮਾਉਂਟਿੰਗ ਟੂ ਕਲਪੇਬਲ ਹੋਮਿਸਾਈਡ ਕਲਪੇਬਲ ਹੋਮਿਸਾਈਡ ਕੀ ਹੁੰਦਾ ਹੈ ਜਦੋਂ ਮਾਰਨਾ ਕਿਸੇ ਹੋਰ ਨੂੰ ਹੁੰਦਾ ਹੈ ਮਰ ਕੋਈ ਹੋਰ ਜਾਂਦਾ ਹੈਗਾ ਠੀਕ ਹੈ ਇਦਾਂ ਦੇ ਕੇਸ ਆਪਾਂ ਸੈਕਸ਼ਨ 299 ਪੜਿਆ ਸੀਗਾ ਕਲਪੇਬਲ ਹੋਮਿਸਾਈਡ whoever does any act under such circumstances that if he thereby causes death he would be guilty of culpable homicide and does by such act causes the death of quick unborn child ਕੋਈ ਇਦਾਂ ਦਾ ਐਕਟ ਕਰਨਾ ਹੈ ਉਹਨੂੰ ਪਤਾ ਵੀ ਡੈਥ ਹੋ ਸਕਦੀ ਹੈ shall be punished with imprisonment of 10 years 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ एग्जाम्पल ਦਿੱਤੀ ਗਈ ਹੈ A knowing that he is likely to cause the death of a pregnant woman ਇਹ ਵਿਅਕਤੀ ਨੂੰ ਪਤਾ ਹੈ ਵੀ ਜੋ ਮੈਂ ਐਕਟ ਕਰਾਂਗਾ ਉਹਦੇ ਨਾਲ ਜਿਹੜੀ ਪ੍ਰੈਗਨੈਂਟ ਵੂਮਨ ਹੈਗੀ ਉਹਦੀ ਮੌਤ ਹੋ ਸਕਦੀ ਹੈ does an act which it is cause the death of the woman would amount to culpable homicide ਜੇ the woman is injured but does not die but the death of unborn quick child which she is pregnant is thereby caused lady ਦੀ ਡੈਥ ਤਾਂ ਨਹੀਂ ਹੁੰਦੀ ਹੈਗੀ ਔਰ ਉਸ ਬੱਚੇ ਦੀ ਡੈਥ ਹੋ ਜਾਂਦੀ ਹੈ is guilty of the offense defined in this section next है section 317 exposure and abandonment of child under 12 years by the parents or persons having care of it ਕਿਸੇ ਬੱਚੇ ਨੂੰ 12 ਸਾਲ ਤੋਂ ਘੱਟ ਉਮਰ ਦਾ ਹੈਗਾ ਉਸ ਨੂੰ ਇਦਾਂ ਹੀ ਛੱਡ ਦੇਣਾ ਕਿਤੇ ਬਗੈਰ ਕਿਸੇ ਪ੍ਰੋਟੈਕਸ਼ਨ ਤੋਂ ਕਿਸੇ ਜਗ੍ਹਾ ਤੇ ਛੱਡ ਦੇਣਾ ਜਿੱਥੇ ਪਤਾ ਲੱਗਦਾ ਵੀ ਇਹ ਮਤਲਬ ਕਿ ਕੋਈ ਉਹਦੀ ਪ੍ਰੋਟੈਕਸ਼ਨ ਨਾ ਹੋਵੇ ਤਾਂ ਕੋਈ ਖਾਣ ਪੀਣ ਦਾ ਕੋਈ ਸਾਧਨ ਨਾ ਹੋਵੇ ਹੋਲੀ abandoning such child shall be punished with imprisonment of either deception 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਉਹਨਾਂ ਪੇਰੈਂਟਸ ਨੂੰ ਜਾਂ ਫਿਰ ਉਹਦੇ ਕਿਸੇ ਜਿਹਦੀ ਕਸਟਡੀ ਦੇ ਵਿੱਚ ਬੱਚਾ ਰਹਿੰਦਾ ਸੀਗਾ ਉਸ ਵਿਅਕਤੀ ਨੂੰ ਨੈਕਸਟ ਹੈ ਸੈਕਸ਼ਨ 318 ਕੰਸੀਲਮੈਂਟ ਆਫ ਬਰਥ ਬਾਈ ਸੀਕ੍ਰੇਟ ਡਿਸਪੋਜ਼ਲ ਆਫ ਦਾ ਡੈਡ ਬੋਡੀ ਕਿਸੇ ਵੂਮਨ ਦੇ ਕੋਈ ਬੱਚਾ ਹੋਇਆ ਹੈਗਾ ਬਰਥ ਹੋਈ ਹੈ ਬੱਚੇ ਦੀ ਠੀਕ ਹੈ ਪਰ ਉਹਦੀ ਡੈਥ ਹੋ ਗਈ ਬਰਥ ਹੁੰਦੇ ਹੀ ਤੇ ਉਸ ਦੀ ਬੋਡੀ ਨੂੰ ਮਤਲਬ ਕਿ ਕੰਸੀਲ ਕਰਕੇ ਉਸ ਨੂੰ ਛੁਪਾਉਣਾ ਜਾਂ ਦਬਾਉਣਾ ਵਿਦਆਊਟ ਐਕਸਪੋਜ਼ਰ ਠੀਕ ਹੈ ਉਸ ਜਿਹੜੀ ਵੂਮਨ ਹੈਗੇ ਜਾਂ ਕੋਈ ਵੀ ਇਹ ਐਕਟ ਕਰਦਾ ਹੈਗਾ ਉਸ ਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਚੋਰੀ ਛਿਪੇ ਉਸ ਦੀ ਬੋਡੀ ਨੂੰ ਮਤਲਬ ਕਿ ਛੁਪਾ ਲੈਣਾ ਜਾਂ ਦਬਾ ਦੇਣਾ ਕਿਤੇ ਜਾਂ ਸਿੱਟ ਦੇਣਾ ਕਿਤੇ ਨੈਕਸਟ ਹੈਗਾ ਸੈਕਸ਼ਨ ਅਗਲਾ ਨੈਕਸਟ ਹੈਡ ਹੈਗਾ ਸਾਡਾ ਹਰਟ ਸੈਕਸ਼ਨ 319 ਹਰਟ ਕੀ ਹੈਗੀ ਹੈ whoever causes bodily pain disease or infirmity to any person is said to be cause hurt ਨੂੰ ਅਸੀਂ ਹਰਟ ਕਹਿੰਦੇ ਆ ਜਦੋਂ ਕਿਸੇ ਨੂੰ ਮਤਲਬ ਕਿ ਬੋਡੀ ਤੌਰ ਤੇ ਪੇਨ ਕੀਤੀ ਜਾਵੇ ਜਾਂ ਕਿਸੇ ਨੂੰ ਡਿਜ਼ੀਜ਼ ਦੇ ਦਿੱਤੀ ਜਾਵੇ ਕਿਸੇ ਨੂੰ ਨੁਕਸਾਨ ਕਰਤਾ ਜਾਵੇ ਇੱਦਾਂ ਦੀ ਕੋਈ ਪ੍ਰੋਬਲਮ ਕ੍ਰੀਏਟ ਕਰ ਦਿੱਤੀ ਜਾਵੇ ਇਸ ਵਾਸਤੇ ਠੀਕ ਹੈ ਤਾਂ ਉਸਨੂੰ ਅਸੀਂ ਹਰਟ ਕਹਿੰਦੇ ਆ ਪਰ ਹਰਟ ਤੇ ਗ੍ਰੀਵੀਅਸ ਹਰਟ 'ਚ ਬਹੁਤ ਡਿਫਰੈਂਸ ਹੈਗਾ ਅਗਲਾ ਸੈਕਸ਼ਨ ਹੈਗਾ 320 ਗ੍ਰੀਵੀਅਸ ਹਰਟ ਕੀ ਹੁੰਦੀ ਹੈ the following kinds of the hurt only are designated as grievous hurt ਕਿਹੜੀ emasculation
ਮੈਸਕੂਲੇਸ਼ਨ ਕਿਸੇ ਨੂੰ ਜਿਵੇਂ ਕਿ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ, ਜਿਵੇਂ ਕਿ ਇੰਪੋਰਟੈਂਟ ਕਰ ਦੇਣਾ ਕਿਸੇ ਨੂੰ। ਸੈਕੰਡਲੀ ਇਹ ਗ੍ਰੀਵੀਅਸ ਹਰਟ ਦੀ ਭਾਸ਼ਾ ਚ ਆ ਜਾਂਦਾ ਕਿਸੇ ਨੂੰ ਇੰਪੋਰਟੈਂਟ ਕਰਨਾ ਵਿਦਆਊਟ ਐਨੀ ਕੰਸੈਂਟ। ਨੈਕਸਟ ਹੈਗਾ ਪਰਮਾਨੈਂਟ ਪ੍ਰਾਈਵੇਸ਼ਨ ਆਫ ਦਾ ਸਾਈਟ ਆਫ ਆਈਜ਼, ਕਿਸੇ ਨੂੰ ਉਹਦੀ ਜਿਹੜੀ ਕਿਸੇ ਦੀ ਅੱਖ ਖਰਾਬ ਕਰ ਦੇਣਾ ਕਿਸੇ ਵਿਅਕਤੀ ਦੀ, ਠੀਕ ਹੈ। ਕੋਈ ਕੰਨ ਖਰਾਬ ਕਰ ਦੇਣਾ, ਥਰਡ ਦੇ ਵਿੱਚ ਹੈਗਾ। ਫੋਰਥ ਜਿਹੜਾ ਮੈਂਬਰ ਆਫ ਦਾ ਜੁਆਇੰਟ, ਕੋਈ ਬੋਡੀ ਦਾ ਕੋਈ ਜੁਆਇੰਟ ਹੈਗਾ ਉਹਦੀ ਪ੍ਰਾਈਵੇਸ਼ਨ ਕਰ ਦੇਣਾ, ਮਤਲਬ ਕਿ ਉਹਨੂੰ ਨੁਕਸਾਨ ਕਰ ਦੇਣਾ। डिस्ट्रक्शन और परमानेंट impairing of the powers of any member of the joint, ਕੋਈ ਉਹਦਾ ਕੋਈ ਹੈਗਾ ਜੁਆਇੰਟ ਹੈਗਾ ਉਹਨੂੰ ਤੋੜ ਦੇਣਾ, ਖਰਾਬ ਕਰ ਦੇਣਾ, ਠੀਕ ਹੈ ਜੀ। परमानेंट डिसफिगरेशन of the head or face, ਕਿਸੇ ਦਾ ਮੂੰਹ ਵਿਗਾੜ ਦੇਣਾ, ਹੈਡ ਵਿਗਾੜ ਦੇਣਾ ਸੱਟ ਫੇਟ ਮਾਰ ਕੇ, ਇੱਕ ਗ੍ਰੀਵੀਅਸ ਹਰਟ ਹੁੰਦੀ ਹੈ। ਫ੍ਰੈਕਚਰ ਔਰ डिसलोकेशन of a bone और टूथ, ਕਿਸੇ ਦੇ ਦੰਦ ਤੋੜ ਦੇਣੇ, ਠੀਕ ਹੈ ਜੀ, ਕੋਈ ਹੱਡੀ ਤੋੜ ਦੇਣੀ, ਫ੍ਰੈਕਚਰ ਕਰ ਦੇਣਾ, ਡਿਸਲੋਕੇਸ਼ਨ ਹੋ ਜਾਣੀ ਉਹਦੇ ਫੇਸ ਦੀ। ਐਨੀ ਹਰਟ ਵਿੱਚ ਇੰਡੇਂਜਰਸ ਲਾਈਫ, ਕੋਈ ਹੋਰ ਤਰ੍ਹਾਂ ਦੀ ਜਿਹੜੀ ਸੱਟ ਫੇਟ ਜਿਹਦੇ ਨਾਲ ਉਹਦੀ ਜਿਹੜੀ ਲਾਈਫ ਨੂੰ ਖਤਰਾ ਹੋ ਜਾਵੇ। 20 days in severe bodily pain, 20 ਦਿਨ ਤੱਕ ਉਹਨੂੰ ਲਗਾਤਾਰ ਉਹਨੂੰ ਜਿਹੜੀ ਹੈਗੀ ਹੈ ਉਹਦੀ ਬੋਡੀ ਨੂੰ ਪੇਨ ਹੁੰਦੀ ਰਹੇ। ਇਹ ਸਾਰੀਆਂ ਜਿਹੜੀਆਂ ਭਾਸ਼ਾਵਾਂ ਇਹ ਹੈਗੇ ਨੇ 8 ਜਿਹੜੇ ਪਾਰਟ ਹੈਗੇ ਆ, ਇਹ ਗ੍ਰੀਵੀਅਸ ਹਰਟ ਦੀ ਪਰਿਭਾਸ਼ਾ ਚਾਹੁੰਦੇ ਆ। ਗ੍ਰੀਵੀਅਸ ਹਰਟ ਦੀ ਜਿਹੜੀ ਹੈਗੀ ਹੈ ਸਜ਼ਾ ਹੋਰ ਹੁੰਦੀ ਹੈ, ਸਿੰਪਲ ਹਰਟ ਦੀ ਸਜ਼ਾ ਹੋਰ ਹੁੰਦੀ ਹੈ। ਸਿੰਪਲ ਹਰਟ ਆਪਾਂ ਪੜ੍ਹਿਆ ਸੀ 319 ਦੇ ਵਿੱਚ, ਕਿਸੇ ਨੂੰ ਬੋਡੀ ਨੂੰ ਕਿਸੇ ਨੂੰ ਨੁਕਸਾਨ ਦੇਣਾ ਜਾਂ ਕਿਸੇ ਨੂੰ ਕੋਈ ਬਿਮਾਰੀ ਕੋਈ ਇੱਦਾਂ ਦੀ ਕ੍ਰੀਏਟ ਕਰ ਦੇਣਾ, ਕੋਈ ਮੈਡੀਸਨ ਦੇ ਦੇਣਾ ਇੱਦਾਂ ਦੀ ਉਲਟੀ ਪੁਲਟੀ, ਤਾਂ ਕਿ ਬੰਦਾ ਜਿਹੜਾ ਹੈਗਾ ਉਹਨੂੰ ਕੋਈ ਨੁਕਸਾਨ ਹੋ ਜਾਵੇ। ਫਿਰ ਹੈ 321 ਦੇ ਵਿੱਚ ਵੋਲੰਟਰੀ ਕਾਜ਼ਿੰਗ ਹਰਟ, whoever does any act with the intention of thereby causing hurt to any person, ਦੂਜੇ ਕਿਸੇ ਵਿਅਕਤੀ ਨੂੰ ਮਤਲਬ ਕਿ ਨੁਕਸਾਨ ਕਰ ਦੇਣਾ, ਹਰਟ ਕਰ ਦੇਣਾ, with the knowledge that he is likely to thereby to cause hurt, ਮਤਲਬ ਕਿ ਵੋਲੰਟਰੀ ਨੌਲੇਜ ਦੇ ਨਾਲ, ਅਚਾਨਕ ਦੇ ਨਹੀਂ, ਜਾਣ ਬੁੱਝ ਕੇ, ਵੋਲੰਟਰਲੀ to cause hurt, ਵੋਲੰਟਰੀ ਕਾਜ਼ਿੰਗ ਗ੍ਰੀਵੀਅਸ ਹਰਟ। ਸੇਮ ਹੀ ਹੈ, ਜੇ ਕਿਸੇ ਨੂੰ ਜਾਣ ਬੁੱਝ ਕੇ ਕੋਈ ਅਸੀਂ ਗ੍ਰੀਵੀਅਸ ਹਰਟ ਕਰਦੇ ਆ ਤਾਂ ਵੋਲੰਟਰੀ ਕਾਜ਼ਿੰਗ ਹਰਟ ਵੀ ਕਰਦੇ ਆ ਜਾਂ ਗ੍ਰੀਵੀਅਸ ਹਰਟ ਵੀ ਕਰਦੇ ਆ, ਠੀਕ ਹੈ। ਉਹਦੇ ਮੁਤਾਬਕ ਜਿਹੜੀ ਹੈਗੀ ਹੈ ਦੋਸ਼ੀ ਨੂੰ ਪਨਿਸ਼ਮੈਂਟ ਹੁੰਦੀ ਹੈ। ਪਨਿਸ਼ਮੈਂਟ ਦੱਸੀ ਗਈ ਹੈ 323 ਦੇ ਵਿੱਚ, ਪਨਿਸ਼ਮੈਂਟ ਆਫ ਵੋਲੰਟਰੀ ਕਾਜ਼ਿੰਗ ਹਰਟ, ਜੇ ਕੋਈ ਵੋਲੰਟਰੀ ਕਾਜ਼ਿੰਗ ਕਿਸੇ ਨੂੰ ਹਰਟ ਕਰਦਾ ਹੈਗਾ ਤਾਂ ਉਹਨੂੰ ਜਿਹੜੀ ਸਜ਼ਾ 1 ਸਾਲ ਦੀ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ। ਤੇ ਨੈਕਸਟ ਹੈ ਵੋਲੰਟਰੀ ਕਾਜ਼ਿੰਗ ਹਰਟ ਬਾਈ ਡੇਂਜਰਸ ਵੈਪਨ, ਜੇ ਹਰਟ ਤਾਂ ਕਰਦਾ ਹੈ ਪਰ ਨਾਲ ਹੀ ਉਹਦੇ ਕੋਲ ਡੇਂਜਰਸ ਵੈਪਨ ਵੀ ਹੈਗੇ ਆ, ਉਹਦੀ ਸਹਾਇਤਾ ਦੇ ਨਾਲ ਜਿਹੜਾ ਹੈਗਾ ਕਿਸੇ ਨੂੰ ਹਰਟ ਕਰਦਾ ਹੈ। ਇਹ ਗ੍ਰੀਵੀਅਸ ਹਰਟ ਦੀ ਗੱਲ ਨਹੀਂ ਕਰ ਰਹੇ, ਇਕੱਲੀ ਹਰਟ ਦੀ ਗੱਲ ਕਰ ਰਹੇ ਹਾਂ। ਵਿਦ ਦ ਇੰਸਟਰੂਮੈਂਟ ਆਫ ਸ਼ੂਟਿੰਗ, ਕੋਈ ਇੰਸਟਰੂਮੈਂਟ ਉਹਦੇ ਕੋਲ ਸ਼ੂਟਿੰਗ ਦਾ ਜਾਂ ਸਟੈਬਿੰਗ ਹੈਗੀ ਹੈ, ਕੋਈ ਸ਼ੋਰੇ ਦੀ ਤਰ੍ਹਾਂ ਮਾਰਨ ਵਾਲਾ, ਕੋਈ ਕਟਿੰਗ ਦਾ ਕੋਈ ਹਥਿਆਰ ਹੈ, ਕੋਈ ਇੱਦਾਂ ਦਾ ਕੋਈ ਇੰਸਟਰੂਮੈਂਟ ਹੈਗਾ, ਕੋਈ ਵੈਪਨ ਹੈਗਾ, ਉਹਦੇ ਨਾਲ ਕਿਸੇ ਵਿਅਕਤੀ ਨੂੰ ਹਰਟ ਕਰਦਾ ਹੈਗਾ, ਠੀਕ ਹੈ, ਤਾਂ ਜਿਹੜੀ ਸਜ਼ਾ ਵੱਧ ਕੇ 1 ਸਾਲ ਦੀ ਬਜਾਏ 3 ਸਾਲ ਤੱਕ ਦੀ ਹੋ ਜਾਂਦੀ ਹੈ। ਸ਼ੈਲ ਬੀ ਪਨਿਸ਼ਡ ਇੰਪ੍ਰਿਜ਼ਨਮੈਂਟ ਫॉर ਅ ਟਰਮ 3 years ਔਰ ਵਿਦ ਫਾਈਨ। ਫਿਰ ਹੈਗਾ 325 ਦੇ ਵਿੱਚ ਪਨਿਸ਼ਮੈਂਟ ਫॉर ਦਾ ਵੋਲੰਟਰੀ ਕਾਜ਼ਿੰਗ ਗ੍ਰੀਵੀਅਸ ਹਰਟ, ਇੱਥੇ ਗ੍ਰੀਵੀਅਸ ਹਰਟ ਦੀ ਗੱਲ ਕੀਤੀ ਗਈ ਹੈ, ਉਹ 'ਚ ਸਜ਼ਾ ਕਿੰਨੀ ਹੋ ਸਕਦੀ ਹੈ। ਜਿਹੜੇ ਉੱਪਰ ਆਪਾਂ 8-9 ਪੁਆਇੰਟ ਪੜ੍ਹੇ ਸੀਗੇ, ਉੱਦਾਂ ਦੀ ਕੋਈ ਕਿਸੇ ਨੂੰ ਨੁਕਸਾਨ ਹੁੰਦਾ ਹੈਗਾ, ਜਾਣਬੁੱਝ ਕੇ ਹੁੰਦਾ ਹੈ, ਵੋਲੰਟਰਲੀ, ਵਿਦਆਊਟ ਐਨੀ ਪ੍ਰੈਸ਼ਰ, ਵਿਦਆਊਟ ਐਨੀ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜੇ ਕਿਸੇ ਨੂੰ ਅਸੀਂ ਗ੍ਰੀਵੀਅਸ ਹਰਟ ਕਰਦੇ ਹਾਂ। ਨੈਕਸਟ ਹੈ ਸੈਕਸ਼ਨ 326 ਵੋਲੰਟਰੀ ਕਾਜ਼ਿੰਗ ਗ੍ਰੀਵੀਅਸ ਹਰਟ ਬਾਈ ਡੇਂਜਰਸ ਵੈਪਨਸ। ਫਿਰ ਆ ਗਿਆ, ਦੇਖੋ ਜੇ ਡੇਂਜਰਸ ਵੈਪਨ ਸਾਡੇ ਕੋਲ ਹੋਣਗੇ, ਸ਼ੂਟਿੰਗ, ਸਟੈਬਿੰਗ, ਕਟਿੰਗ ਦਾ ਕੋਈ ਟੂਲ ਹੋਏਗਾ, ਇੱਦਾਂ ਦੇ ਕੋਈ ਹਥਿਆਰ ਹੋਣਗੇ, ਐਕਸਪਲੋਸਿਵ ਸਬਸਟੈਂਸ ਹੋਏਗਾ, ਪੋਇਜ਼ਨ ਹੋਏਗੀ, ਠੀਕ ਹੈ, ਇੱਦਾਂ ਦੇ ਕਿਸੇ ਸਬਸਟੈਂਸ ਦੇ ਨਾਲ, ਕਿਸੇ ਇੰਸਟਰੂਮੈਂਟ ਦੇ ਨਾਲ ਜੇ ਕਿਸੇ ਨੂੰ ਅਸੀਂ ਵੋਲੰਟਰੀ ਗ੍ਰੀਵੀਅਸ ਹਰਟ ਦਿੰਦੇ ਹਾਂ, ਠੀਕ ਹੈ, ਤਾਂ ਜਿਹੜੀ ਸਜ਼ਾ ਹੈਗੀ ਹੈ ਉਹ ਉਮਰ ਕੈਦ ਹੋ ਸਕਦੀ ਹੁੰਦੀ ਹੈ। ਔਰ ਵਿਦ ਇੰਪ੍ਰਿਜ਼ਨਮੈਂਟ ਆਫ ਆਈਦਰ ਡਿਸਕ੍ਰਿਪਸ਼ਨ ਫॉर ਅ ਟਰਮ ਵਿਚ ਮੇ ਐਕਸਟੈਂਡ ਟੂ 10 years, 10 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ, ਉਮਰ ਕੈਦ ਵੀ ਹੋ ਸਕਦੀ ਹੈ। 327 ਹੈ ਵੋਲੰਟਰੀ ਕਾਜ਼ਿੰਗ ਹਰਟ ਟੂ ਐਕਸਟੋਰਟ ਫੈਮਿਲੀ ਪ੍ਰੋਪਰਟੀ, ਕੋਈ ਉਹਦੇ ਕੋਲ ਕੋਈ ਪ੍ਰਾਪਰਟੀ ਹੈਗੀ ਹੈ, ਕੋਈ ਪੈਸਾ ਟਕਾ ਹੈਗਾ, ਠੀਕ ਹੈ, ਕੋਈ ਗਹਿਣਾ ਵਗੈਰਾ ਹੈਗਾ, ਉਹ ਖੋਹਣ ਦੀ ਖਾਤਰ, ਔਰ ਟੂ ਕੰਸਟੇਂਟ ਟੂ ਐਨ ਇਲੀਗਲ ਐਕਟ, ਠੀਕ ਹੈ। ਫਿਰ ਵੀ ਕੋਈ ਕਿਸੇ ਨੂੰ ਹਰਟ ਕੀਤੀ ਜਾਂਦੀ ਹੈ, ਕੋਈ ਸਮਾਨ ਖੋਹਣ ਦੇ ਖਾਤਰ, ਕੋਈ ਪ੍ਰਾਪਰਟੀ ਖੋਹਣ ਦੇ ਖਾਤਰ, ਕੋਈ ਪੈਸਾ ਵਗੈਰਾ ਖੋਹਣ ਦੇ ਖਾਤਰ, ਗੋਲਡ ਵਗੈਰਾ ਖੋਹਣ ਦੇ ਖਾਤਰ, ਤਾਂ ਉਹ ਜਿਹੜੀ ਸਜ਼ਾ ਹੈਗੀ ਹੈ ਉਹ 10 ਸਾਲ ਤੱਕ ਦੀ ਹੋ ਸਕਦੀ ਹੁੰਦੀ ਹੈ ਦੋਸ਼ੀ ਨੂੰ, ਤੇ ਨਾਲ ਫਾਈਨ ਵੀ ਹੋ ਸਕਦਾ ਹੈ। 328 ਦੇ ਵਿੱਚ ਹੈਗਾ ਸੈਕਸ਼ਨ 328 ਕਾਜ਼ਿੰਗ ਹਰਟ ਬਾਈ ਮੀਨਸ ਆਫ ਪੋਇਜ਼ਨ etc with intent to commit an offense।
विद इंटेंट टू कमिट एन ऑफेंस, कोई ऑफेंस कमिट करना हैगा, कोई ऑफेंस कमिट ਕਰਨ ਦੇ ਇਵਸ ਦੇ ਵਿੱਚ ਕਿਸੇ ਨੂੰ ਪਾਇਜ਼ਨ ਦਿੱਤੀ ਜਾਂਦੀ ਹੈ ਤੇ ਉਹ ਉਹਨੂੰ ਹਰਟ ਕੀਤੀ ਜਾਂਦੀ ਹੈ ਤਾਂ ਇਹਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ ਵੱਧ ਕੇ ਫਿਰ 10 ਸਾਲ ਤੱਕ ਦੀ ਹੋ ਸਕਦੀ ਜਾਂਦੀ ਹੈ। 329 ਹੈ ਵਲੰਟਰੀ ਕਾਜ਼ਿੰਗ ਗ੍ਰੀਵੀਅਸ ਹਰਟ ਟੂ ਐਕਸਟੋਰਟ ਥੈਫਟ ਪ੍ਰੋਪਰਟੀ, ਕਿਸੇ ਦੀ ਪ੍ਰੋਪਰਟੀ ਖੋਹਣ ਦੀ ਖਾਤਰ, ਠੀਕ ਹੈ, ਔਰ ਟੂ ਕੰਸਟੇਂਟ ਟੂ ਐਨ ਇਲੀਗਲ ਐਕਟ, ਕੋਈ ਹੋਰ ਗਲਤ ਕੰਮ ਕਰਨ ਦੇ ਲਈ ਕਿਸੇ ਵਿਅਕਤੀ ਨੂੰ ਗ੍ਰੀਵੀਅਸ ਹਰਟ ਕਰ ਦਿੱਤਾ ਜਾਂਦਾ ਹੈਗਾ ਤਾਂ ਇਹਦੇ ਵਿੱਚ ਕੀ ਹੈ, ਦੋਸ਼ੀ ਨੂੰ ਜਿਹੜੀ ਸਜ਼ਾ ਹੁੰਦੀ ਹੈ ਉਹ 10 ਸਾਲ ਤੱਕ ਦੀ ਸਜ਼ਾ, ਉਮਰ ਕੈਦ ਵੀ ਹੋ ਸਕਦੀ ਹੈ ਤੇ 10 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ। ਵਲੰਟਰੀ ਕਾਜ਼ਿੰਗ ਹਰਟ ਟੂ ਐਕਸਟੋਰਟ ਕਨਫੈਸ਼ਨ, ਕਨਫੈਸ਼ਨ ਜਿਹਨੇ ਕਿ ਕਨਫੈਸ਼ਨ ਕਰਾਉਣ ਦੀ ਖਾਤਰ ਕਿਸੇ ਬੰਦੇ ਨੇ ਕੋਈ ਚੋਰੀ ਛੁਪਾ ਕੀਤਾ ਹੋਵੇ ਜਾਂ ਕੋਈ ਇਲੀਗਲ ਐਕਟ ਕੀਤਾ ਹੋਵੇ, ਪੁਲਿਸ ਦੀ ਕਸਟਡੀ ਦੇ ਵਿੱਚ ਹੋਵੇ, ਪੁਲਿਸ ਵੱਲੋਂ ਹੀ ਉਸ ਨੂੰ ਮਤਲਬ ਕਿ ਉਹਦੇ ਨਾਲ ਮਤਲਬ ਕਿ ਐਕਸਟੋਰਟ ਕਨਫੈਸ਼ਨ ਕਰਾਉਣ ਦੀ ਖਾਤਰ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਹੋਵੇ, ਜ਼ਖਮੀ ਕੀਤਾ ਗਿਆ ਹੋਵੇ ਉਸ ਨੂੰ, ਜਾਂ ਕੰਪੈਲ ਰੀਸਟੋਰੇਸ਼ਨ ਆਫ ਦਾ ਪ੍ਰਾਪਰਟੀ, ਕੋਈ ਉਹਨੇ ਕੋਈ ਸਮਾਨ ਚੋਰੀ ਕੀਤਾ ਹੋਵੇ ਉਹ ਮਨਵਾਉਣ ਦੀ ਖਾਤਰ ਉਹਦੇ ਨਾਲ ਉਹਨੂੰ ਜ਼ਖਮੀ ਕਰ ਦਿੱਤਾ ਜਾਵੇ ਕਿਸੇ ਵੀ ਵਿਅਕਤੀ ਵੱਲੋਂ, ਠੀਕ ਹੈ, ਤਾਂ ਜਿਹੜਾ ਦੋਸ਼ੀ ਹੈਗਾ ਮਤਲਬ ਕਨਫੈਸ਼ਨ ਕਰਾਉਣ ਦੀ ਖਾਤਰ ਜਾਂ ਕੋਈ ਪ੍ਰਾਪਰਟੀ ਡਿਸਕਲੋਜ਼ ਕਰਨ ਦੀ ਖਾਤਰ, ਤਾਂ ਐਸੇ ਵਿਅਕਤੀ ਨੂੰ ਜਿਹੜੀ ਸਜ਼ਾ ਹੋਏਗੀ ਉਹ ਸ਼ੈਲ ਬੀ ਪਨਿਸ਼ਡ ਵਿਦ ਇੰਪ੍ਰਿਜ਼ਨਮੈਂਟ ਔਰ 7 years which may extend to 7 years, 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਐਗਜ਼ਾਮਪਲ ਹੈ ਇੱਕ, a police officer torture Z in order to induce Z to confess, Z ਨੂੰ ਟੌਰਚਰ ਕੀਤਾ ਜਾ ਰਿਹਾ ਕਿਸੇ ਪੁਲਿਸ ਆਫੀਸਰ ਵੱਲੋਂ ਕਨਫੈਸ ਕਰਨ ਦੀ ਖਾਤਰ that he committed a crime, ਵੀ ਹਾਂ ਇਸਨੇ ਇਹ ਕ੍ਰਾਈਮ ਕੀਤਾ ਸੀ, ਉਹਨੂੰ ਮਨਵਾ ਰਿਹਾ ਵੀ ਤੂੰ ਮੰਨ, ਹਾਂ ਕਹਿ ਵੀ ਮੈਂ ਕ੍ਰਾਈਮ ਮੇਰੇ ਵੱਲੋਂ ਕੀਤਾ ਗਿਆ, is guilty of an offence under this section। ਇੱਥੇ ਜਿਹੜਾ ਪੁਲਿਸ ਆਫੀਸਰ ਹੈਗਾ ਜੇ ਉਹਨੂੰ ਜ਼ਖਮੀ ਕਰ ਦਿੰਦਾ ਹੈ Z ਨੂੰ ਤਾਂ ਉਹ ਇਸ ਸੈਕਸ਼ਨ ਦੇ ਤਹਿਤ ਜਿਹੜਾ ਦੋਸ਼ੀ ਪਾਇਆ ਜਾਏਗਾ। ਨੈਕਸਟ ਹੈ ਸੈਕਸ਼ਨ 331 ਵਲੰਟਰੀ ਕਾਜ਼ਿੰਗ ਗ੍ਰੀਵੀਅਸ ਹਰਟ ਟੂ ਐਕਸਟੋਰਟ ਕਨਫੈਸ਼ਨ। ਉੱਪਰ ਹਰਟ ਦੀ ਗੱਲ ਕੀਤੀ ਗਈ ਸੀ, ਇੱਥੇ ਗ੍ਰੀਵੀਅਸ ਹਰਟ ਦੇ ਦਿੰਦਾ ਉਸ ਨੂੰ ਕਨਫੈਸ਼ਨ ਕਰਾਉਣ ਦੀ ਖਾਤਰ ਤਾਂ ਜਿਹੜੀ ਸਜ਼ਾ ਵੱਧ ਜਾਂਦੀ ਹੈ ਉੱਪਰ 7 ਸਾਲ ਤੱਕ ਚਲੇ ਕਰਨਾ। 330 ਦੇ ਜਿਹੜੀ ਸਜ਼ਾ ਹੈਗੀ ਸੀ 7 ਸਾਲ ਦੇ ਦੀ ਸੀਗੀ, ਇੱਥੇ 331 ਦੇ ਜਿਹੜੀ ਸਜ਼ਾ ਹੈਗੀ ਫਿਰ ਵੱਧ ਕੇ 10 ਸਾਲ ਤੱਕ ਦੀ ਸਜ਼ਾ ਹੋ ਜਾਂਦੀ ਹੈ, 10 ਸਾਲ ਤੱਕ ਦੀ ਸਜ਼ਾ ਹੋ ਜਾਂਦੀ ਹੈ। 332 ਸੈਕਸ਼ਨ 'ਚ ਕੀ ਹੈ, ਵਲੰਟਰੀ ਕਾਜ਼ਿੰਗ ਹਰਟ ਟੂ ਡਿਟਰ ਪਬਲਿਕ ਸਰਵੈਂਟ ਫਰੋਮ ਹਿਸ ਡਿਊਟੀ, ਕਿਸੇ ਪਬਲਿਕ ਸਰਵੈਂਟ ਨੂੰ ਆਪਣੀ ਡਿਊਟੀ ਕਰਨ ਵਾਸਤੇ ਆਇਆ ਹੈਗਾ, ਠੀਕ ਹੈ, ਉਹਨੂੰ ਰੋਕਿਆ ਜਾਂਦਾ ਹੈ ਤੇ ਉਹਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ, ਹਰਟ ਕਰ ਦਿੱਤਾ ਜਾਂਦਾ ਹੈ, ਇਹਦੇ ਵਿੱਚ ਜਿਹੜੀ ਸਜ਼ਾ ਹੈਗੀ ਉਸ ਵਿਅਕਤੀ ਨੂੰ ਦੋਸ਼ੀ ਨੂੰ 3 ਸਾਲ ਤੱਕ ਦੀ ਸਜ਼ਾ ਹੋ ਜਾਂਦੀ ਹੈ। ਫਿਰ 333 ਦੇ ਵਿੱਚ ਵਲੰਟਰੀ ਕਾਜ਼ਿੰਗ ਗ੍ਰੀਵੀਅਸ ਹਰਟ, ਇਸੇ ਕੇਸ 'ਚ ਪਬਲਿਕ ਸਰਵੈਂਟ ਨੂੰ ਵੀ ਗ੍ਰੀਵੀਅਸ ਹਰਟ ਦੇ ਦਿੱਤੀ ਜਾਂਦੀ ਹੈ, ਠੀਕ ਹੈ, ਤਾਂ ਜਿਹੜੀ ਸਜ਼ਾ ਹੈਗੀ ਹੈ 3 ਸਾਲ ਦੀ ਬਜਾਏ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਦੋਸ਼ੀ ਨੂੰ ਤੇ ਨਾਲ ਫਾਈਨ ਵੀ ਹੋ ਸਕਦਾ ਹੈ। ਔਨ ਪ੍ਰੋਵੋਕੇਸ਼ਨ, ਵਲੰਟਰੀ ਕਾਜ਼ਿੰਗ ਹਰਟ ਔਨ ਪ੍ਰੋਵੋਕੇਸ਼ਨ, ਜੇ ਕੋਈ ਕਿਸੇ ਵਿਅਕਤੀ ਨੂੰ ਪ੍ਰੋਵੋਕ ਕਰਦਾ ਹੈ, ਜਿਹਨੂੰ ਪ੍ਰੋਵੋਕ ਕੀਤਾ ਜਾਂਦਾ ਉਹਦੇ ਵੱਲੋਂ ਕਿਸੇ ਨੂੰ ਦੂਜੇ ਨੂੰ ਹਰਟ ਕਰ ਦਿੱਤੀ ਜਾਂਦੀ ਹੈ, ਜਿਹੜੀ ਸਜ਼ਾ ਘੱਟ ਜਾਂਦੀ ਹੈ, ਕਿਉਂਕਿ ਪ੍ਰੋਵੋਕੇਸ਼ਨ ਦੇ ਵਿੱਚ ਹਰਟ ਕੀਤਾ ਗਿਆ ਤਾਂ ਜਿਹੜੀ ਸਜ਼ਾ ਹੈਗੀ ਹੈ ਉਹ 1 month ਦੀ ਰਹਿੰਦੀ ਹੈ ਸਿਰਫ, ਤੇ ਨਾਲ ਫਾਈਨ ਹੋ ਸਕਦਾ 100 ਰੁਪਏ ਤੱਕ ਦਾ। ਤੇ ਜੇ ਗ੍ਰੀਵੀਅਸ ਹਰਟ ਹੋ ਜਾਂਦੀ ਹੈ ਪ੍ਰੋਵੋਕੇਸ਼ਨ ਦੇ ਕਰਕੇ, ਸਾਹਮਣੇ ਵਾਲੇ ਬੰਦੇ ਨੇ ਪ੍ਰੋਵੋਕ ਕੀਤਾ, ਇੰਸਟੀਗੇਟ ਕੀਤਾ, ਠੀਕ ਹੈ, ਤਾਂ ਜਿਹੜਾ ਦੋਸ਼ੀ ਹੈ ਉਸਨੇ ਗ੍ਰੀਵੀਅਸ ਹਰਟ ਦੇ ਦਿੱਤੀ ਵਿਅਕਤੀ ਨੂੰ ਤਾਂ ਜਿਹੜੀ ਸਜ਼ਾ ਹੈਗੀ ਹੈ ਤੇ 4 year ਦੀ ਹੋ ਜਾਂਦੀ ਹੈ। ਗ੍ਰੀਵੀਅਸ ਹਰਟ ਦੇ ਕਰ 4 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਦੋਸ਼ੀ ਨੂੰ ਪ੍ਰੋਵੋਕੇਸ਼ਨ ਦੇ ਕੇਸ ਦੇ ਵਿੱਚ। ਐਕਟ ਇੰਡੇਂਜਰਿੰਗ ਲਾਈਫ ਔਰ ਪਰਸਨਲ ਸੇਫਟੀ ਆਫ ਅਦਰਸ, whoever does any act rashly or negligently as to that endanger human life or personal safety of the other, ਦੂਜਿਆਂ ਦੀ ਸੇਫਟੀ ਨੂੰ ਧਿਆਨ 'ਚ ਨਾ ਰੱਖਦੇ ਹੋਏ, ਠੀਕ ਹੈ, ਨੈਗਲੀਜੈਂਸਲੀ ਨਾਲ ਕੋਈ ਕੰਮ ਕੀਤਾ ਜਾ ਰਿਹਾ ਹੈਗਾ ਕਿਸੇ ਵਿਅਕਤੀ ਵੱਲੋਂ, ਤਾਂ ਐਸੇ ਵਿਅਕਤੀ ਨੂੰ ਜਿਹੜਾ ਦੋਸ਼ੀ ਹੈਗਾ ਉਹਨੂੰ 3 ਸਾਲ ਤੱਕ 3 ਮਹੀਨਿਆਂ ਤੱਕ ਦੀ ਸਜ਼ਾ ਹੋ ਸਕਦੀ ਹੈ, ਕਿਉਂਕਿ ਅਜੇ ਇਹਦੇ ਵਿੱਚ ਕੋਈ ਕਿਸੇ ਨੂੰ ਹਰਟ ਨਹੀਂ ਹੋਈ ਹੈਗੀ, ਵਰਕ ਨੈਗਲੀਜੈਂਟਲੀ ਕੀਤਾ ਜਾ ਰਿਹਾ ਹੈ, ਇੰਡੇਂਜਰ ਹਿਊਮਨ ਲਾਈਫ ਨੂੰ ਖਤਰਾ ਹੋ ਸਕਦਾ ਹੈ ਉਹਦੇ ਕੰਮ ਕਰਨ ਦੇ ਤਰੀਕੇ ਦੇ ਨਾਲ, ਪਰਸਨਲ ਸੇਫਟੀ ਆਫ ਦਾ ਅਦਰਸ ਸ਼ੈਲ ਬੀ ਪਨਿਸ਼ਡ ਵਿਦ ਇੰਪ੍ਰਿਜ਼ਨਮੈਂਟ ਆਫ that exception which may extend to 3 months। causing hurt by act endangering life or personal safety of others same ही हैगा। नेक्स्ट चलो 338 causing grievous hurt by act endangering ਜੇ grievous hurt ਹੋ ਜਾਂਦੀ ਕਿਸੇ ਨੂੰ by act endangering life, ਇਦਾਂ ਦਾ ਕੰਮ negligently ਮਤਲਬ ਕਿ ਕੋਈ ਕੰਮ ਕੀਤਾ ਜਾ ਰਿਹਾ, ਜਿਵੇਂ ਕੋਈ ਪਹਾੜਾ ਚਲਾਇਆ ਜਾ ਰਿਹਾ ਹੋਵੇ ਇਦਾਂ ਦਾ, ਠੀਕ ਹੈ, ਕੋਈ ਮਸ਼ੀਨਰੀ ਚਲਾਈ ਜਾ ਰਹੀ ਹੋਵੇ ਵਿਦਆਊਟ ਐਨੀ ਪ੍ਰੋਟੈਕਸ਼ਨ,
कोई किसी मतलब कि डबल ट्रिपल स्टोरी बिल्डिंग ਦੇ ਉੱਪਰ ਕੋਈ ਕੰਮ ਕੀਤਾ ਜਾ ਰਿਹਾ ਹੋਵੇ ਵਿਦਆਊਟ ਐਨੀ ਜਾਲ ਵਗੈਰਾ ਵਗੈਰਾ, ਠੀਕ ਹੈ ਜੀ, ਐਦਾਂ ਦਾ ਕੰਮ ਕੀਤਾ ਜਾ ਰਿਹਾ ਹੋਵੇ ਕਿਸੇ ਤੋਂ, ਤਾਂ ਕਿਸੇ ਨੂੰ ਗਰੀਵੀਅਸ ਹਰਟ ਹੋ ਜਾਂਦੀ ਹੈ, ਕਾਜ਼ਿੰਗ ਗਰੀਵੀਅਸ ਹਰਟ ਹੋ ਜਾਂਦੀ ਹੈ, ਜਦੋਂ ਕਿ ਉਹਦਾ ਕੋਈ ਇਰਾਦਾ ਨਹੀਂ ਹੁੰਦਾ ਕਿਸੇ ਬੰਦੇ ਨੂੰ ਹਰਟ ਦੇਣ ਦਾ, ਪਰ ਹਰਟ ਕਿਸੇ ਨੂੰ ਹੋ ਜਾਂਦੀ ਹੈ, ਗਰੀਵੀਅਸ ਹਰਟ ਹੋ ਜਾਂਦੀ ਹੈ। ਗਰੀਵੀਅਸ ਹਰਟ ਦੇ ਕੇਸ ਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ 2 ਸਾਲ ਤੱਕ ਦੀ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ। ਨੈਕਸਟ ਸਾਡਾ ਹੈਡ ਹੈਗਾ wrongful restraint and wrongful confinement। ਕਿਸੇ ਨੂੰ ਗਲਤ ਤਰੀਕੇ ਦੇ ਨਾਲ ਰੋਕ ਕੇ ਰੱਖਣਾ, ਬੰਦੀ ਬਣਾ ਕੇ ਰੱਖਣਾ, ਰੋਕਣਾ ਜਾਂ ਬੰਦੀ ਬਣਾ ਕੇ ਰੱਖਣਾ, ਠੀਕ ਹੈ। wrongful restraint ਕੀ ਹੁੰਦਾ ਹੈ? whoever voluntarily obstructs any person so as to prevent that person from proceeding in any direction। ਕਿਸੇ ਵਿਅਕਤੀ ਨੂੰ ਕਿਸੇ ਕੋਈ ਜਾ ਰਿਹਾ ਹੈ ਰਸਤੇ ਦੇ ਵਿੱਚ, ਉਸ ਰਸਤੇ ਦੇ ਮੂਹਰੇ ਕੋਈ ਰੁਕਾਵਟ ਪਾ ਦੇਣਾ ਵੀ ਤੂੰ ਨਹੀਂ ਇੱਧਰ ਤੂੰ ਲੰਘ ਨਹੀਂ ਸਕਦਾ, ਲੰਘ ਕੇ ਦਿਖਾਈਏ ਉਹ ਐਸਾ ਕਰਨਾ, ਇਹਨੂੰ ਆਪਾਂ wrongfully restraint ਕਹਿੰਦੇ ਆ। wrongfully to restrain that person ਹੈ ਜਿਵੇਂ A obstructs a path along which Z has a right to pass। Z ਨੂੰ ਲੰਘਣ ਦਾ ਰਸਤੇ ਦਾ ਅਧਿਕਾਰ ਹੈਗਾ ਪਰ ਉਹ ਰਸਤਾ ਰੋਕ ਲੈਂਦਾ ਹੈਗਾ, ਇਸ ਨੂੰ ਅਸੀਂ ਕੀ ਕਹਿੰਦੇ ਆ? wrongful restraint ਕਹਿ ਦਿੰਦੇ ਆ। ਇੱਕ ਹੁੰਦਾ wrongful confinement। ਦੇਖੋ ਰਿਸਟੇਂਟ ਦੇ ਵਿੱਚ ਕੀ ਹੈਗਾ, ਅਸੀਂ ਉਹਨੂੰ ਬੰਦੀ ਬਣਾ ਕੇ ਨਹੀਂ ਰੱਖਿਆ ਹੋਇਆ, ਉਹ ਬੰਦਾ ਆ ਰਿਹਾ ਹੈ, ਉਹਦੇ ਮੂਹਰੇ ਰੁਕਾਵਟ ਖੜੀ ਕਰ ਦੇਣੀ। wrongful confinement ਕੀ ਹੁੰਦੀ ਹੈ? ਉਸ ਨੂੰ ਕਿਸੇ ਨਾ ਕਿਸੇ ਚਾਰ ਦੀਵਾਰੀ ਦੇ ਵਿੱਚ, ਕਿਸੇ ਘਰ ਦੇ ਵਿੱਚ, ਕਿਸੇ ਐਸੀ ਜਗ੍ਹਾ ਤੇ ਵੀ ਉਸ ਜਗ੍ਹਾ ਤੋਂ ਬਾਹਰ ਨਾ ਨਿਕਲੇ, ਇਹਨੂੰ ਕਹਿੰਦੇ wrongful confinement, ਠੀਕ ਹੈ। 340 ਹੈਗੀ ਹੈ ਡੈਫੀਨੇਸ਼ਨ। A causes Z, ਐਗਜ਼ਾਮਪਲ ਦੇਖ ਲਓ ਇੱਕ, A causes Z to go within a walled space and locks Z in। ਇਹ ਜਿਹੜਾ ਹੈਗਾ ਕਿਸੇ ਕੋਈ ਬਾਉਂਡਰੀ ਵਾਲ ਬਣੀ ਹੋਈ ਹੈ, ਉਹਦੇ ਵਿੱਚ ਕਿਸੇ ਵਿਅਕਤੀ ਨੂੰ ਜਾਣ ਤਾਂ ਦਿੰਦਾ ਹੈਗਾ, ਬਾਅਦ ਚ ਉਹਨੂੰ ਲੌਕ ਕਰ ਦਿੰਦਾ ਹੈਗਾ ਤਾਂ ਕਿ ਇਹ ਬਾਉਂਡਰੀ ਵਾਲ ਤੋਂ ਇੱਧਰ ਉੱਧਰ ਜਾ ਨਾ ਸਕੇ, ਬਾਉਂਡਰੀ ਵਾਲ ਦੇ ਅੰਦਰ ਹੀ ਰਹੇ। ਇਹ wrongful confinement ਕਹਾਂਗੇ ਸੀ ਇਸ ਨੂੰ। ਫਿਰ ਹੈ 340 41 ਦੇ ਵਿੱਚ ਪਨਿਸ਼ਮੈਂਟ ਫਾਰ ਦਾ wrongful restraint। ਜੇ ਕਿਸੇ ਨੂੰ ਰਸਤੇ 'ਚ ਜਾਣ ਤੋਂ ਅਸੀਂ ਰੋਕ ਦਿੰਦੇ ਆ, ਉਹ ਕਿਸੇ ਪਾਸੇ ਹੋਰ ਦੀ ਲੰਘੇਗਾ। ਰਿਸਟੇਂਟ ਦੇ ਵਿੱਚ ਕੀ ਹੈਗਾ, ਜਿਹੜੀ ਸਜ਼ਾ ਹੈਗੀ ਹੈ ਉਹ 1 ਮੰਥ ਦੀ ਹੈਗੀ ਹੈ, ਕਿਉਂਕਿ ਬੰਦਾ ਆਜ਼ਾਦ ਹੈਗਾ, ਉਹਨੂੰ ਅਸੀਂ ਫੜ ਕੇ ਨਹੀਂ ਰੱਖਿਆ ਹੋਇਆ ਹੈਗਾ, ਪਰ ਉਹਦਾ ਰਸਤਾ ਚੇਂਜ ਕਰ ਦਿੱਤਾ, ਜਿੱਥੋਂ ਉਹ ਲੱਗਣਾ ਚਾਹੁੰਦਾ ਸੀ ਉੱਥੋਂ ਰੁਕਾਵਟ ਪਾ ਦਿੱਤੀ। ਉਹਦਾ ਰਾਈਟਫੁਲ ਹੈਗਾ, ਹੱਕ ਸੀਗਾ ਲੰਘਣ ਦਾ, ਪਰ ਅਸੀਂ ਲੰਘਣ ਨਹੀਂ ਦਿੱਤਾ, ਤਾਂ ਜਿਹੜੀ ਸਜ਼ਾ ਹੈਗੀ ਹੈ ਉੱਥੋਂ 1 ਮੰਥ ਦੀ ਹੋ ਸਕਦੀ ਹੈ ਤੇ 100 ਰੁਪਏ ਤੱਕ ਦਾ ਫਾਈਨ ਹੋ ਸਕਦਾ ਹੈ। wrongful 342 ਦੇ ਵਿੱਚ wrongful ਜਿਹੜੀ ਹੈਗੀ ਪਨਿਸ਼ਮੈਂਟ ਜਿਹੜੀ ਹੈਗੀ ਹੈ wrongful confinement ਦੇ ਵਿੱਚ, ਇੱਥੇ ਜ਼ਿਆਦਾ ਸਜ਼ਾ ਹੈਗੀ ਹੈ 1 ਈਅਰ ਦੀ ਹੈਗੀ ਹੈ, ਕਿਉਂਕਿ ਉਸ ਨੂੰ ਕਿਸੇ ਚਾਰ ਦੀਵਾਰੀ ਦੇ ਵਿੱਚ ਕਨਫਾਈਨ ਕਰ ਲਿਆ ਹੈਗਾ ਕਿਸੇ ਵਿਅਕਤੀ ਨੂੰ, ਠੀਕ ਹੈ। ਇੱਥੇ ਜਿਹੜੀ ਸਜ਼ਾ 1 ਮਹੀਨੇ ਦੀ ਬਜਾਏ 1 ਸਾਲ ਦੀ ਸਜ਼ਾ ਹੋ ਸਕਦੀ ਹੈ ਤੇ 1000 ਰੁਪਏ ਤੱਕ ਦਾ ਫਾਈਨ ਹੋ ਸਕਦਾ ਹੈਗਾ। wrongful confinement for 3 days, 3 or more days, 3 ਦਿਨ ਤੱਕ ਉਸ ਨੂੰ ਕਨਫਾਈਨਮੈਂਟ ਦੇ ਵਿੱਚ ਰੱਖਿਆ ਤਾਂ ਜਿਹੜੀ ਸਜ਼ਾ ਹੈਗੀ ਹੈ 2 ਸਾਲ ਤੱਕ ਦੀ ਹੋ ਸਕਦੀ ਹੈ। ਜਿਵੇਂ ਕਿ ਕਈ ਸਰਕਾਰੀ ਮੁਲਾਜ਼ਮ ਵਗੈਰਾ ਜਾਂਦੇ ਆ, ਕਈ ਵਾਰ ਕਿਸੇ ਨੂੰ ਕਿਸੇ ਨਾ ਕਿਸੇ ਕਾਰਨ ਉੱਥੇ ਰੋਕ ਲਿਆ ਜਾਂਦਾ ਹੈਗਾ, ਠੀਕ ਹੈ, ਇੱਦਾਂ ਦੇ ਕੇਸ ਇਹਦੇ ਵਿੱਚ ਆ ਜਾਂਦੇ ਨੇ। 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜੇ 3 ਦਿਨ ਤੋਂ ਵੱਧ ਰੱਖਿਆ ਗਿਆ ਹੋਵੇ ਕਿਸੇ ਨੂੰ ਕਨਫਾਈਨਮੈਂਟ ਦੇ ਵਿੱਚ। ਨੈਕਸਟ 344 ਹੈ wrongful confinement for 10 or more days, ਤਾਂ ਜਿਹੜੀ ਸਜ਼ਾ ਵੱਧ ਕੇ 3 ਸਾਲ ਦੀ ਹੋ ਜਾਂਦੀ ਹੈ ਤੇ ਫਾਈਨ ਵੀ ਹੋ ਜਾਂਦਾ ਹੈ। ਨੈਕਸਟ ਹੈ 345 ਦੇ ਵਿੱਚ wrongful confinement of person for whose liberation writ has been issued। ਕਈ ਵਾਰੀ ਕੋਰਟ ਵੱਲੋਂ ਲਿਬਰੇਸ਼ਨ, ਉਸ ਨੂੰ ਆਜ਼ਾਦ ਕਰਾਉਣ ਦੇ ਲਈ ਰਿਟ ਜਾਰੀ ਕੀਤੀ ਜਾਂਦੀ ਹੈ, ਜਿਵੇਂ ਹੈਬੀਅਸ ਕਾਰਪਸ ਦੀ ਗੱਲ ਕਰਦਾ ਨੇ ਆਪਾਂ, ਠੀਕ ਹੈ। ਇੱਦਾਂ ਦੀ ਕੋਈ ਰਿਟ ਜਾਰੀ ਕੀਤੀ ਗਈ ਹੋਵੇ, ਕਿਸੇ ਨੇ ਉਸ ਨੂੰ ਕਨਫਾਈਨ ਕਰਕੇ ਰੱਖਿਆ ਗਿਆ ਹੋਵੇ, ਸ਼ੈਲ ਵੀ ਐਸੇ ਵਿਅਕਤੀ ਨੂੰ ਜਿਹੜੀ ਸਜ਼ਾ ਹੈਗੀ ਹੈ, ਦੋਸ਼ੀ ਨੂੰ 2 ਸਾਲ ਤੱਕ ਦੀ ਸਜ਼ਾ ਹੋ ਜਾਂਦੀ ਹੈ। ਫਿਰ 346 ਦੇ ਵਿੱਚ ਕੀ ਹੈਗਾ wrongful confinement in secret। ਪਤਾ ਹੀ ਨਹੀਂ ਲੱਗਿਆ ਵੀ ਕਿੱਥੇ ਉਹਨੂੰ ਸੀਕ੍ਰੀਟਲੀ ਤੌਰ ਤੇ ਕਨਫਾਈਨ ਕਰਕੇ ਰੱਖਿਆ ਗਿਆ ਹੈਗਾ। not to be known to any person interested, ਜਿਹੜੇ ਉਹਦੇ ਵਾਰਸ ਨੇ ਜਾਂ ਕੋਈ ਇੰਟਰਸਟਡ ਪਰਸਨ ਹੈਗਾ ਉਹਦੇ ਨਾਲ, ਉਹਦਾ ਕੋਈ ਕਲੀਗ ਹੈਗਾ, ਠੀਕ ਹੈ, ਉਹਨਾਂ ਨੂੰ ਪਤਾ ਹੈਗਾ ਵੀ ਕਿੱਥੇ ਰੱਖਿਆ, ਮਤਲਬ ਕਿ ਕਿਸੇ ਨੂੰ ਕਨਫਾਈਨ ਕਰਕੇ, ਤਾਂ ਜਿਹੜੀ ਸਜ਼ਾ ਹੈਗੀ ਹੈ 2 ਸਾਲ ਤੱਕ ਦੀ। ਇਨ ਐਡੀਸ਼ਨ ਟੂ ਐਨੀ ਅਦਰ ਪਨਿਸ਼ਮੈਂਟ, ਕੋਈ ਹੋਰ ਸਜ਼ਾ ਵੀ ਨਾਲ ਹੋ ਸਕਦੀ ਹੈ, 2 ਸਾਲ ਤੱਕ ਦਾ ਹੋ ਹੀ ਸਕਦੀ ਹੈ, ਠੀਕ ਹੈ ਜੀ। ਨੈਕਸਟ ਹੈਗਾ 347 wrongful confinement to extort property। ਉਹਦੇ ਤੋਂ ਕੋਈ ਪ੍ਰਾਪਰਟੀ, ਉਹਦੇ ਤੋਂ ਕੋਈ ਰਕਮ, ਕੋਈ ਪੈਸਾ, ਕੋਈ ਟਕਾ ਜਾਂ ਕੋਈ ਗੋਲਡ ਵਗੈਰਾ ਜੋ ਵੀ ਉਹਦੇ ਕੋਲੇ ਹੈਗਾ, ਠੀਕ ਹੈ, ਉਹ ਖੋਹਣ ਦੀ ਖਾਤਰ ਉਹਨੂੰ ਕਨਫਾਈਨ ਕਰ ਲਿਆ ਜਾਵੇ ਕਿਸੇ ਵਿਅਕਤੀ ਨੂੰ, ਔਰ ਕੰਸਟੇਂਟ ਇਨ ਲੀਗਲ ਐਕਟ, ਜਾਂ ਰੋਕ ਲਿਆ ਜਾਵੇ ਉਸ ਤੋਂ ਕਿਸੇ ਇੱਦਾਂ ਦੀ ਕਾਰਵਾਈ ਕਰਕੇ, ਤਾਂ ਜਿਹੜੀ ਸਜ਼ਾ ਹੈਗੀ ਹੈ ਉਹ ਵੱਧ ਕੇ 3 ਸਾਲ ਦੀ ਹੋ ਜਾਂਦੀ ਹੈ ਦੋਸ਼ੀ ਨੂੰ, 3 ਸਾਲ ਦੀ ਸਜ਼ਾ ਤੇ ਫਾਈਨ ਵੀ ਹੋ ਸਕਦਾ ਹੈ। 348 ਕੀ ਕਿਹਾ ਹੈ wrongful confinement to extort confession, ਕਨਫੈਸ਼ਨ ਕਰਾਉਣ ਦੀ ਖਾਤਰ, ਠੀਕ ਹੈ, ਮਨਵਾਉਣ ਦੀ ਖਾਤਰ, ਕੋਈ ਦੋਸ਼ ਮਨਵਾਉਣ ਦੀ ਖਾਤਰ ਜਾਂ ਕੋਈ ਚੋਰੀ ਮਨਵਾਉਣ ਦੀ ਖਾਤਰ ਕਿਸੇ ਵਿਅਕਤੀ ਨੂੰ
ਕਨਫਾਈਨ ਕਰਕੇ ਰੱਖਿਆ ਗਿਆ ਹੋਵੇ ਕਿਸੇ ਇਲੀਗਲ ਜਗ੍ਹਾ ਦੇ ਉੱਪਰ, ਠੀਕ ਹੈ, ਤਾਂ ਉਸ ਵਿਅਕਤੀ ਨੂੰ ਜਿਹੜਾ ਕਨਫਾਈਨ ਦੋਸ਼ੀ ਹੈਗਾ ਉਸ ਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ। ਨੈਕਸਟ ਸਾਡਾ ਹੈਡ ਹੈਗਾ ਕ੍ਰਿਮੀਨਲ ਫੋਰਸ ਐਂਡ ਅਸਾਲਟ। ਡੈਫੀਨੇਸ਼ਨ ਦੀ ਦਿੱਤੀ ਗਈ ਹੈ ਫੋਰਸ ਦੀ 349 force. A person is said to use force to another if he causes motion, change of motion, or cessation of the motion to that other, or he causes to any substance such motion or change of the motion. ये हैगा किस तरीके ਦੇ ਨਾਲ ਫੋਰਸ ਅਪਲਾਈ ਕਰਨੀ ਕਿਸੇ ਅਗੇਂਸਟ, ਕਿਸੇ ਵਿਅਕਤੀ ਦੇ ਖਿਲਾਫ ਕੋਈ ਫੋਰਸ ਅਪਲਾਈ ਕਰਨੀ। ਉਹਦੇ ਵਿੱਚ ਇਹ ਤਿੰਨ ਅੱਗੇ ਦੱਸੇ ਗਏ ਨੇ, ਰੀਜ਼ਨ ਦੱਸੇ ਗਏ ਨੇ। 3 ਤਰ੍ਹਾਂ ਦੀ ਫੋਰਸ ਅਪਲਾਈ ਕੀਤੀ ਜਾ ਸਕਦੀ ਹੈ ਕਿਸੇ ਵਿਅਕਤੀ ਦੇ ਖਿਲਾਫ, ਜਿਹੜੀ ਕ੍ਰਿਮੀਨਲ ਫੋਰਸ ਹੁੰਦੀ ਹੈ, ਠੀਕ ਹੈ। ਕਿਵੇਂ? ਬਾਈ ਹਿਜ਼ ਓਨ ਬੋਡੀ ਪਾਵਰ, ਆਪਦੇ ਆਪ ਹੀ ਆਪਣੀ ਬੋਡੀ ਪਾਵਰ ਦੇ ਨਾਲ ਕਿਸੇ ਵਿਅਕਤੀ ਦੇ ਖਿਲਾਫ ਕ੍ਰਿਮੀਨਲ ਫੋਰਸ ਯੂਜ਼ ਕਰਨਾ। ਤੇ ਦੂਜਾ ਹੈਗਾ ਸੈਕੰਡਲੀ ਬਾਈ ਡਿਸਪੋਜ਼ਿੰਗ ਐਨੀ ਸਬਸਟੈਂਸ in such a manner that the motion or change or cessation of motion takes place without any further act on his part or on the part of any other person. Any substance in such manner, ਕੋਈ ਇਦਾਂ ਦੀ ਐਕਟੀਵਿਟੀ ਕਰ ਦੇਣਾ, ਕੋਈ ਲੀਗਲ ਐਕਟੀਵਿਟੀ ਕਰ ਦੇਣਾ, ਕੋਈ ਸਬਸਟੈਂਸ ਦੇ ਦੇਣਾ ਉਸਨੂੰ, ਠੀਕ ਹੈ, ਜਿਹਦੇ ਨਾਲ ਜਿਹੜੀ ਹੈਗੀ ਉਹਦੇ ਖਿਲਾਫ ਹੋਵੇ, ਜੋ ਕਰਨਾ ਚਾਹੁੰਦਾ ਸੀ ਉਹ ਨਾ ਕਰ ਸਕਦਾ ਹੋਵੇ। ਥਰਡਲੀ ਕੀ ਹੈਗਾ? ਇਸੇ ਤਰੀਕੇ ਇੰਡਿਊਸਿੰਗ ਐਨੀ ਐਨੀਮਲ, ਕੋਈ ਕੁੱਤਾ ਪਾ ਦੇਣਾ ਉਹਦੇ ਮਗਲੇ, ਕੋਈ ਹੋਰ ਡੰਗਰ, ਕੋਈ ਜਾਨਵਰ, ਟੂ ਚੇਂਜ ਇਟਸ ਮੋਸ਼ਨ, ਉਹਦਾ ਜਿਹੜਾ ਰਸਤਾ ਹੈਗਾ ਉਹ ਬਦਲ ਜਾਵੇ, ਠੀਕ ਹੈ, ਜਿੱਥੇ ਉਹ ਜਾਣਾ ਚਾਹੁੰਦਾ ਸੀਗਾ ਉੱਧਰ ਦੀ ਨਾ ਜਾ ਸਕੇ, ਉਹਨੂੰ ਡਰਾ ਦੇਣਾ। ਬਾਈ ਇੰਡਿਊਸਿੰਗ ਐਨੀ ਐਨੀਮਲ ਟੂ ਮੂਵ, ਟੂ ਚੇਂਜ ਇਟਸ ਮੋਸ਼ਨ ਔਰ ਟੂ ਸੀਜ਼ ਟੂ ਮੂਵ, ਉਹ ਮੂਵ ਨਾ ਕਰ ਸਕੇ ਕੋਈ ਵਿਅਕਤੀ। ਇਹ ਕ੍ਰਿਮੀਨਲ ਫੋਰਸ ਹੋ ਗਈ ਕਿਸੇ ਵਿਅਕਤੀ ਦੇ ਖਿਲਾਫ, ਇਹ ਫੋਰਸ ਹੋ ਗਈ। ਤੇ 350 ਚ ਕ੍ਰਿਮੀਨਲ ਫੋਰਸ ਦੀ ਗੱਲ ਕੀਤੀ ਗਈ ਹੈ। whoever intentionally uses force, ਉੱਪਰ ਤਾਂ ਜਿਹੜੀ ਡੈਫੀਨੇਸ਼ਨ ਸੀ 349 ਦੇ ਵਿੱਚ ਫੋਰਸ ਦੀ ਡੈਫੀਨੇਸ਼ਨ ਸੀਗੀ, ਠੀਕ ਹੈ। ਇਹ ਹੁਣ ਕ੍ਰਿਮੀਨਲ ਫੋਰਸ ਦੀ ਗੱਲ ਕੀਤੀ ਗਈ ਇਹਦੇ ਵਿੱਚ। whoever intentionally uses force to any person without that person's consent, ਜਦੋਂ ਅਸੀਂ ਕਿਸੇ ਵਿਅਕਤੀ ਦੇ ਖਿਲਾਫ ਉਹਦੀ ਕੰਸੈਂਟ ਤੋਂ ਬਗੈਰ, ਉਹਦੀ ਮਰਜ਼ੀ ਤੋਂ ਬਗੈਰ ਕੋਈ ਫੋਰਸ ਯੂਜ਼ ਕਰਦੇ ਹਾਂ। ਫੋਰਸ 3 ਤਰ੍ਹਾਂ ਦੀ ਹੋ ਸਕਦੀ ਹੈ, ਆਪਦੀ ਬੋਡੀ ਦੇ ਨਾਲ ਵੀ, ਜਿਹੜੀਆਂ ਆਪਾਂ ਦੱਸੀਆਂ ਡੈਫੀਨੇਸ਼ਨ ਦੇ ਵਿੱਚ। ਤਾਂ ਜਿਹੜੀ ਹੈਗੇ ਆ will cause injury, fear or annoyance to the person to whom the force is used, ਠੀਕ ਹੈ। ਉਹਨੂੰ ਕੋਈ ਇੰਜਰੀ ਹੋ ਸਕਦੀ ਹੈ, ਕੋਈ ਡਰ ਹੋ ਸਕਦਾ ਕਿਸੇ ਇੰਜਰੀ ਦਾ, ਤਾਂ ਇਸ ਨੂੰ ਅਸੀਂ ਕੀ ਕਹਿੰਦੇ ਹਾਂ? ਕ੍ਰਿਮੀਨਲ ਫੋਰਸ ਕਹਿੰਦੇ ਹਾਂ, ਉਹਦੇ ਅਗੇਂਸਟ ਯੂਜ਼ ਕੀਤੀ ਗਈ ਹੈ। ਇੱਕ ਐਗਜ਼ਾਮਪਲ ਦੇਖ ਲਓ ਇਹਦੇ ਵਿੱਚ ਕੀ ਹੈਗਾ। ਬੀ ਐਗਜ਼ਾਮਪਲ ਹੈਗੀ ਹੈ, ਜੈਟ ਇਜ਼ ਰਾਈਡਿੰਗ ਇਨ ਏ ਚੈਰਟ, ਰੱਥ ਕਿਹਾ ਹੈਗਾ ਇਸ ਨੂੰ। ਇਹ ਲੈਸ਼ਿਸ ਜੈਟਸ ਹਾਰਸ, ਇਹ ਲੈਸ਼ਿਸ ਜੈਟਸ ਹਾਰਸ, ਉਹਦੀਆਂ ਜਿਹੜੀਆਂ ਲੈਸ਼ਿਸ ਹੁੰਦੀਆਂ ਨੇ, ਇਹ ਲੈਸ਼ਿਸ ਜੈਟਸ ਹਾਰਸ ਐਂਡ ਦੇਅਰ ਬਾਈ ਕਾਜ਼ਸ them to quicken their pace. Here jet has caused change of motion to jet by inducing the animal to change their motion. A has therefore used force to jet. ਇਸ ਮਤਲਬ ਕਿ ਉਹਦੀਆਂ ਜਿਹੜੀਆਂ ਲਗਾਵਾਂ ਉਹ ਹੁੰਦੀਆਂ, ਕੀ ਕਹਿੰਦੇ ਆਪਾਂ ਉਸਨੂੰ, ਘੋੜੇ ਦੀਆਂ ਲਗਾਵਾਂ ਖਿੱਚ ਲੀਆਂ ਕਿਸੇ ਕਾਰਨ, ਉਸਨੇ ਉਹਦਾ ਜਿਹੜਾ ਮੋਸ਼ਨ ਚੇਂਜ ਹੋ ਗਿਆ, ਤੇ ਇੱਥੇ ਉਹਨੇ ਕ੍ਰਿਮੀਨਲ ਫੋਰਸ ਯੂਜ਼ ਕੀਤੀ ਹੈਗੀ ਹੈ। ਉਹਨੇ ਤੇਜ਼ੀ ਨਾਲ ਦੌੜ ਪਿਆ ਜਿਹੜਾ ਘੋੜਾ ਸੀਗਾ ਰਸਤਾ, ਠੀਕ ਹੈ। ਇਹ ਉਹਨੇ ਮਤਲਬ ਕ੍ਰਿਮੀਨਲ ਫੋਰਸ ਯੂਜ਼ ਕੀਤੀ ਹੈਗੀ ਹੈ ਇੱਥੇ, ਜਿਹੜਾ ਇਹ ਨੇ। ਨੈਕਸਟ ਆ ਗਿਆ ਸੈਕਸ਼ਨ 351 ਅਸਾਲਟ। ਅਸਾਲਟ ਕੀ ਹੁੰਦਾ ਹੈ? ਅਸਾਲਟ ਹੁੰਦਾ ਕਿਸੇ ਨੂੰ ਡਰਾਉਣਾ, ਮੁੱਕੀ ਵੱਟ ਕੇ, ਮਤਲਬ ਕਿ ਇੱਦਾਂ ਦੇ ਹਾਵ ਭਾਵ ਫੇਸ ਤੇ ਬਣਾ ਕੇ ਕਿਸੇ ਨੂੰ ਅਸੀਂ ਡਰਾਉਂਦੇ ਹਾਂ, ਧਮਕਾਉਂਦੇ ਹਾਂ, ਕੋਈ ਕੰਮ ਕਰਾਉਣ ਦੀ ਖਾਤਰ, ਕੁਛ ਡਰਾਉਣ ਦੀ ਖਾਤਰ, ਉਹਨੂੰ ਅਸੀਂ ਅਸਾਲਟ ਕਿਹਾ ਜਾਂਦਾ ਹੈਗਾ। ਇਹ whoever makes any gesture, ਇੱਦਾਂ ਦੀ ਹਾਵ ਭਾਵ ਬਣਾ ਲੈਣੇ, ਔਰ any preparation intending or knowing it to be likely that such gesture or preparation will cause any person present to apprehend, ਉਹਦੇ ਮਨ 'ਚ ਕੋਈ ਡਰ ਪੈਦਾ ਕਰ ਦੇਣਾ,
who makes that gesture or preparation is about to use criminal force, ਜਿੱਥੋਂ ਇਹ ਲੱਗੇ ਵੀ ਮੇਰੇ ਖਿਲਾਫ ਕ੍ਰਿਮੀਨਲ ਫੋਰਸ ਯੂਜ਼ ਹੋਏਗੀ, ਮੈਨੂੰ ਸੱਟ ਮਾਰੇਗਾ, ਫੇਟ ਮਾਰੇਗਾ, ਠੀਕ ਹੈ, ਜੋ ਵਿਅਕਤੀ ਇਦਾਂ ਦੀ ਕਾਰਵਾਈ ਕਿਸੇ ਦੇ ਅਗੇਂਸਟ ਕਰਦਾ ਉਹਨੂੰ ਅਸੀਂ ਅਸਾਲਟ ਕਹਿੰਦੇ ਆ, ਮੁੱਕੀ ਵੱਟ ਕੇ ਡਰਾਉਣਾ ਕਿਸੇ ਨੂੰ। ਜਿਵੇਂ ਐਗਜ਼ਾਮਪਲ ਇੱਕ ਹੈਗੀ ਆ, ਏ ਸ਼ੇਕਸ ਹਿਜ ਫਿਸਟ, ਇਦਾਂ ਕਰਨਾ, ਏ ਸ਼ੇਕਸ ਹਿਜ ਫਿਸਟ ਐਟ ਜੈਡ ਨੂੰ ਦਿਖਾ ਕੇ, ਇੰਟੈਂਡਿੰਗ ਔਰ ਨੋਇੰਗ ਇਟ ਟੂ ਬੀ ਲਾਈਕਲੀ that he may thereby cause Jed to believe that he is about to strike Jed, ठीक है, भी मारन दी में मारेगा Jed ਨੂੰ ਲੱਗਦਾ ਖਤਰਾ ਲੱਗਦਾ ਹੈਗਾ, ਇਹ has committed an assault। ਤਾਂ ਇੱਥੇ ਜਿਹੜਾ ਇਹ ਹੈਗਾ, ਜਦੋਂ ਉਹ ਇਦਾਂ ਗੱਲ ਕਰਦਾ ਜਾਂ ਇਦਾਂ ਦੀ ਗੱਲ ਕਰਦਾ ਹੈ ਤਾਂ ਉਹ ਇਹ ਕਹਿਣਾ ਵੀ ਉਸਨੇ ਅਸਾਲਟ ਕਮਿਟ ਕੀਤਾ ਹੈਗਾ। ਪਨਿਸ਼ਮੈਂਟ ਕਿੰਨੀ ਹੁੰਦੀ ਹੈ ਅਸਾਲਟ ਦੇ ਵਿੱਚ ਜਾਂ ਕ੍ਰਿਮੀਨਲ ਫੋਰਸ ਦੇ ਵਿੱਚ? ਜਦੋਂ ਗ੍ਰੇ ਪ੍ਰੋਵੋਕੇਸ਼ਨ ਨਾ ਹੋਵੇ, ਪਨਿਸ਼ਮੈਂਟ ਅਸਾਲਟ ਦੀ ਕਿੰਨੀ ਹੈ ਤੇ ਕ੍ਰਿਮੀਨਲ ਫੋਰਸ ਦੀ ਕਿੰਨੀ ਹੈ? ਜਦੋਂ ਦੂਜੇ ਵਿਅਕਤੀ ਵੱਲੋਂ ਪ੍ਰੋਵੋਕ ਨਾ ਕੀਤਾ ਗਿਆ ਹੋਵੇ। ਐਕਸਟੈਂਡ ਟੂ 3 months, 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜਾਂ 500 ਰੁਪਏ ਤੱਕ ਦਾ ਫਾਈਨ ਹੋ ਸਕਦਾ ਹੈਗਾ। assault or criminal force to deter public servant from discharge of his duty, ਕੋਈ ਪਬਲਿਕ ਸਰਵੈਂਟ ਹੈ ਆਪਣੀ ਡਿਊਟੀ ਕਰਨ ਵਾਸਤੇ ਆਇਆ, ਉਹਦੇ ਅਗੇਂਸਟ ਕੋਈ ਕ੍ਰਿਮੀਨਲ ਫੋਰਸ ਯੂਜ਼ ਕਰਨਾ ਜਾਂ ਅਸਾਲਟ ਯੂਜ਼ ਕਰਨਾ, ਠੀਕ ਹੈ, ਉਹਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਦੋਸ਼ੀ ਨੂੰ। assault or criminal force to women with intent to outrage her modesty, ਕਿਸੇ ਵਿਅਕਤੀ ਨੂੰ ਸ਼ਰਮਿੰਦਾ ਕਰਨਾ, ਠੀਕ ਹੈ, ਕਿਸੇ ਲੇਡੀ ਨੂੰ ਸ਼ਰਮਿੰਦਾ ਕਰਨਾ ਅਸਾਲਟ ਯੂਜ਼ ਕਰਕੇ, ਕ੍ਰਿਮੀਨਲ ਫੋਰਸ ਯੂਜ਼ ਕਰਕੇ, ਉਹਦੀ ਮੋਡੈਸਟੀ ਦੇ ਅਗੇਂਸਟ ਕੋਈ ਕਾਰਵਾਈ ਕਰਨਾ, ਤਾਂ ਐਸੇ ਕੇਸ ਦੇ ਵਿੱਚ ਜਿਹੜਾ ਦੋਸ਼ੀ ਹੈਗਾ ਉਹਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਫਿਰ ਹੈਗਾ 355 ਅਸਾਲਟ ਔਰ ਕ੍ਰਿਮੀਨਲ ਫੋਰਸ ਵਿਦ ਇੰਟੈਂਟ ਟੂ ਡਿਸਓਨਰ, ਕਿਸ ਨੂੰ ਬੇਇੱਜ਼ਤ ਕਰਨ ਦੀ ਖਾਤਰ, ਠੀਕ ਹੈ, ਕ੍ਰਿਮੀਨਲ ਫੋਰਸ ਯੂਜ਼ ਕਰਨਾ, ਅਸਾਲਟ ਯੂਜ਼ ਕਰਨਾ, ਕ੍ਰਿਮੀਨਲ ਫੋਰਸ ਯੂਜ਼ ਕਰਨਾ, 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸੇ ਤਰੀਕੇ 356 ਚ ਅਸਾਲਟ ਔਰ ਕ੍ਰਿਮੀਨਲ ਫੋਰਸ ਇਨ ਅਟੈਂਪਟ ਟੂ ਕਮਿਟ ਥੈਫਟ ਆਫ ਦਾ ਪ੍ਰੋਪਰਟੀ, ਕੋਈ ਚੋਰੀ ਕਰਨ ਦੇ ਖਾਤਰ, ਠੀਕ ਹੈ, 2 ਸਾਲ ਤੱਕ ਦੀ ਸਜ਼ਾ ਹੈ। ਅਸਾਲਟ ਔਰ ਕ੍ਰਿਮੀਨਲ ਫੋਰਸ wrongfully to confine a person, ਬੰਦੇ ਨੂੰ ਕਨਫਾਈਨ ਵੀ ਕਰ ਲੈਣਾ, ਅਸਾਲਟ ਵੀ ਕਰਨੀ, ਕ੍ਰਿਮੀਨਲ ਫੋਰਸ ਵੀ ਯੂਜ਼ ਕਰਨੀ, ਤਾਂ 1 ਸਾਲ ਦੀ ਸਜ਼ਾ ਹੋਏਗੀ। 358 ਦੇ ਵਿੱਚ ਅਸਾਲਟ ਔਰ ਕ੍ਰਿਮੀਨਲ ਫੋਰਸ ਔਨ ਗ੍ਰੇਵ ਪ੍ਰੋਵੋਕੇਸ਼ਨ, ਜਿੱਥੇ ਗ੍ਰੇਵ ਪ੍ਰੋਵੋਕੇਸ਼ਨ ਹੋ ਜਾਵੇ ਤਾਂ ਜਿਹਦੀ ਸਜ਼ਾ ਘੱਟ ਜਾਂਦੀ ਹੁੰਦੀ ਹੈ, ਕਿਉਂਕਿ ਤਾਂ 1 month ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਜੁਰਮਾਨਾ ਹੋ ਸਕਦਾ ਹੈ। ਨੈਕਸਟ ਹੈਗਾ ਕਿਡਨੈਪਿੰਗ, ਐਬਡਕਸ਼ਨ, ਅਗਲਾ ਹੈਡ ਸਾਡਾ ਹੈਗਾ ਕਿਡਨੈਪਿੰਗ, ਐਬਡਕਸ਼ਨ, ਸਲੇਵਰੀ ਐਂਡ ਫੋਰਸਡ ਲੇਬਰ। ਕਿਡਨੈਪਿੰਗ ਦੇ ਵਿੱਚ ਕੀ ਹੈਗਾ ਪਤਾ ਹੀ ਹੈ ਸਾਨੂੰ ਸਾਰਿਆਂ ਨੂੰ। ਕਿਡਨੈਪਿੰਗ ਜਦੋਂ ਕਿਸੇ ਨੂੰ ਕੋਈ ਚੁੱਕ ਕੇ ਲੈ ਜਾਂਦਾ ਹੈਗਾ ਵਿਦਆਊਟ ਹਿਸ ਕੰਸੈਂਟ, ਕਿਡਨੈਪਿੰਗ ਫਰੋਮ ਇੰਡੀਆ ਔਰ ਕਿਡਨੈਪਿੰਗ ਫਰੋਮ ਲਾਫੁਲ ਗਾਰਡੀਅਨਸ਼ਿਪ, 2 ਤਰ੍ਹਾਂ ਦੀ ਕਿਡਨੈਪਿੰਗ ਹੁੰਦੀ ਹੈ, ਠੀਕ ਹੈ। ਕਿਡਨੈਪਿੰਗ ਫਰੋਮ ਇੰਡੀਆ, ਇਹਦਾ ਕੀ ਮਤਲਬ ਹੈਗਾ? ਕਿਡਨੈਪਿੰਗ ਫਰੋਮ ਇੰਡੀਆ, whoever conveys any person beyond the limits of India without the consent of that person, ਕਿਸੇ ਨੂੰ ਚੁੱਕ ਕੇ ਲੈ ਜਾਣਾ ਤੇ ਉਹਨੂੰ ਕਿਸੇ ਬਾਹਰਲੇ ਕੰਟਰੀ 'ਚ ਭੇਜ ਦੇਣਾ, ਠੀਕ ਹੈ, ਇਹ ਕਿਡਨੈਪਿੰਗ ਫਰੋਮ ਇੰਡੀਆ, ਸੈਡ ਟੂ ਕਿਡਨੈਪ ਦੈਟ ਪਰਸਨ ਫਰੋਮ ਇੰਡੀਆ, ਠੀਕ ਹੈ। ਦੂਜਾ ਕੇਸ ਹੈ ਕਿਸੇ ਵਿਅਕਤੀ ਦੀ ਜਿਹੜੀ ਹੈਗੀ ਆ ਕਸਟਡੀ ਦੇ ਵਿੱਚੋਂ ਕਿਸੇ ਛੋਟੇ ਬੱਚੇ ਨੂੰ, ਕਿਡਨੈਪਿੰਗ ਫਰੋਮ ਲਾਫੁਲ ਗਾਰਡੀਅਨਸ਼ਿਪ ਮਾਈਨਰ ਅੰਡਰ ਦਾ 16 years of the age if a female, ਜਾਂ ਫਿਰ ਅੰਡਰ ਦਾ 18 years of the age ਜਦੋਂ ਕਿ if a female, sorry, ਮਾਈਨਰ ਅੰਡਰ 16 years of the age if a male, ਜੇ ਲੜਕਾ ਹੋਵੇ ਤਾਂ 16 ਸਾਲ ਦੀ ਘੱਟ ਤੋਂ ਉਮਰ ਦਾ ਹੋਵੇ, ਜੇ ਲੜਕੀ ਹੋਵੇ ਤਾਂ 18 ਸਾਲ ਦੀ ਘੱਟ ਤੋਂ ਉਮਰ ਦੀ ਹੋਵੇ, ਜਾਂ ਫਿਰ ਕੋਈ ਅਨਸਾਊਂਡ ਮਾਈਂਡ ਹੋਵੇ, ਠੀਕ ਹੈ, ਕੋਈ ਵਿਅਕਤੀ ਉਸ ਨੂੰ ਮਤਲਬ ਕਿ ਉਹਦੀ ਕਸਟਡੀ ਚੋਂ ਲੈ ਜਾਵੇ ਤਾਂ ਉਸ ਨੂੰ ਕੀ ਕਹਿੰਦੇ ਆ? ਕਿਡਨੈਪਿੰਗ ਫਰੋਮ ਦਾ ਲਾਫੁਲ ਗਾਰਡੀਅਨਸ਼ਿਪ ਕਹਿੰਦੇ ਆ ਅਸੀਂ, ਇਹ ਡੈਫੀਨੇਸ਼ਨ ਹੈਗੀ ਹੈ। ਅਬਡਕਸ਼ਨ ਹੁੰਦੀ ਹੈ, ਅਬਡਕਸ਼ਨ whoever by force compels or by any deceitful means induces any person to go from any place, ਕਿਸੇ ਨੂੰ ਮਤਲਬ ਕਿ ਕਿਸੇ ਹੋਰ ਜਗ੍ਹਾ ਤੇ ਕਹਿਣ ਦੇ ਲਈ ਇੰਡਿਊਸ ਕਰਨਾ, ਇਹਨੂੰ ਅਬਡਕਸ਼ਨ ਕਹਿੰਦੇ ਆ ਅਸੀਂ। ਪਨਿਸ਼ਮੈਂਟ ਫਾਰ ਦਾ ਕਿਡਨੈਪਿੰਗ, 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਕਿਡਨੈਪਿੰਗ ਦੇ ਕੇਸ ਦੇ ਵਿੱਚ। ਤੇ ਕਿਡਨੈਪਿੰਗ ਸੈਕਸ਼ਨ 363, ਕਿਡਨੈਪਿੰਗ ਔਰ ਮੇਮਿੰਗ ਏ ਮਾਈਨਰ ਫਾਰ ਦਾ ਪਰਪਸ ਆਫ ਬੈਗਿੰਗ, ਕਿਡਨੈਪਿੰਗ ਕਰ ਲੈਣੀ ਕਿਸੇ ਬੱਚੇ ਦੀ ਤੇ ਉਹਨੂੰ ਮੇਮਿੰਗ ਕਰ ਦੇਣਾ, ਯਾਨੀ ਕਿ ਉਹਦਾ ਕੋਈ ਬੋਡੀ ਪਾਰਟ ਜਿਹੜਾ ਹੈਗਾ ਕੱਟ-ਕੁੱਟ ਦੇਣਾ, ਪਰਮਾਨੈਂਟਲੀ ਇੰਜਰੀ ਕਰ ਦੇਣਾ ਉਸਦੇ ਪਾਰਟ ਨੂੰ, ਕਿਸੇ ਨੂੰ ਬੋਡੀ ਪਾਰਟ ਨੂੰ, ਤਾਂ ਕਿ ਲੋਕੀ ਸੈਂਪਥੀ ਦੇ ਵਜੋਂ ਉਸ ਨੂੰ ਮਤਲਬ ਕਿ
ਭੀਖ ਦੇ ਦੇਣ, ਦਾਨ ਦੇਣ ਬੈਗਿੰਗ ਦੇ ਪਰਪਸ ਦੇ ਲਈ, ਇੱਦਾਂ ਦਾ ਕੋਈ ਕਿਡਨੈਪ ਕਰਦਾ ਹੈਗਾ ਬੱਚੇ ਨੂੰ ਤੇ ਫਿਰ ਉਸ ਨੂੰ ਮੇਮ ਕਰਦਾ ਹੈਗਾ ਤਾਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਫਿਰ ਜੇ whoever maims any minor in order that such minor may be implied or used for the purpose of begging shall be punished with imprisonment for life। ਕਿਸੇ ਮਾਈਨਰ ਦੀ ਕੋਈ ਲੱਤ ਬਾਂਹ ਤੋੜ ਕੇ ਉਸ ਨੂੰ ਲੰਗੜਾ ਲੁੱਲਾ ਬਣਾ ਕੇ ਉਹਦੇ ਤੋਂ ਕੋਈ ਭੀਖ ਮੰਗਵਾਉਣਾ ਤਾਂ ਜਿਹੜੀ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈਗੀ ਹੈ। ਬੈਗਿੰਗ ਦੀ ਡੈਫੀਨੇਸ਼ਨ ਦਿੱਤੀ ਗਈ ਹੈ ਇਨ ਦਿਸ ਸੈਕਸ਼ਨ। ਬੈਗਿੰਗ ਕੀ ਕੀ ਹੈਗਾ? ਬੈਗਿੰਗ ਹੁੰਦੀ ਹੈ ਸੋਲਿਸਿਟਿੰਗ ਔਰ ਰਿਸੀਵਿੰਗ ਆਲਮਸ, ਭੀਖ ਲੈਣਾ, ਠੀਕ ਹੈ, ਭਿਕਸ਼ਾ ਮੰਗਣਾ, ਸੋਲਿਸਿਟਿੰਗ ਭਿਕਸ਼ਾ ਮੰਗਣਾ। ਥਰਡ ਦੇ ਵਿੱਚ ਕੀ ਹੈ? ਐਕਸਪੋਜ਼ਿੰਗ, ਐਗਜ਼ੀਬਿਟਿੰਗ ਆਬਜੈਕਟਸ ਔਰ ਕੋਈ ਇਦਾਂ ਦੇ ਮਤਲਬ ਕਿ ਜ਼ਖਮ ਬਣਾ ਲੈਣਾ ਬੋਡੀ ਦੇ, ਲੱਤਾਂ ਦੇ ਉੱਪਰ, ਬਾਹਾਂ ਦੇ ਉੱਪਰ ਵੀ ਮੈਂ ਇਹ ਜ਼ਖਮੀ ਹੈਗਾ ਪਰ ਐਕਚੁਅਲੀ ਨਾ ਵੀ ਹੋਵੇ ਬੇਸ਼ੱਕ, ਠੀਕ ਹੈ। ਇਹ ਐਕਸਪੋਜ਼ਿੰਗ, ਐਗਜ਼ੀਬਿਟਿੰਗ ਆ ਜਾਂਦਾ ਹੈ। ਮੇਲ ਇਨ ਦਾ ਕੇਸ ਆਫ ਮੇਲ ਏ ਪਰਸਨ ਅੰਡਰ 16 ਈਅਰਸ, ਉਹ ਪੜ੍ਹ ਚੁੱਕੇ ਹਾਂ। ਜੇ ਮੇਲ ਹੈ ਤਾਂ ਮਤਲਬ ਕਿ 16 ਸਾਲ ਤੋਂ ਘੱਟਦਾ ਹੋਏਗਾ, ਫੀਮੇਲ 18 ਸਾਲ ਤੋਂ ਘੱਟਦੀ ਹੋਏਗੀ। 364 ਸੈਕਸ਼ਨ ਚ ਆ ਜਾਂਦਾ ਕਿਡਨੈਪਿੰਗ ਔਰ ਅਬਡਕਟਿੰਗ ਇਨ ਆਰਡਰ ਟੂ ਮਰਡਰ। ਮਰਡਰ ਦੇ ਕਰਨ ਦੇ ਮਕਸਦ ਨਾਲ ਕਿਸੇ ਨੂੰ ਕਿਡਨੈਪ ਕਰ ਲੈਣਾ ਜਾਂ ਅਬਡਕਟ ਕਰ ਲੈਣਾ ਤਾਂ ਇਹਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ 10 ਸਾਲ ਤੱਕ ਦੀ ਹੋ ਜਾਂਦੀ ਹੈ। 364 ਏ ਕਿਡਨੈਪਿੰਗ ਫਾਰ ਰੈਂਸਮ, ਯਾਨੀ ਕਿ ਫਿਰੌਤੀ ਲੈਣ ਦੇ ਲਈ ਕਿਸੇ ਨੂੰ ਕਿਡਨੈਪ ਕਰਨਾ, ਫਿਰੌਤੀ ਲੈਣ ਦੀ ਖਾਤਰ। ਗਵਰਨਮੈਂਟ ਨੂੰ ਵੀ ਮਤਲਬ ਕਿ may be put to death or hurt or causes hurt or death to such person in order to compel the government to compel करना any foreign state or international intergovernmental organization or any other person to do or abstain from doing any act। ਕਿਸੇ ਨੂੰ ਮਤਲਬ ਕਿ ਛਡਾਉਣ ਦੀ ਖਾਤਰ, ਕਿਸੇ ਨੂੰ ਜਿਵੇਂ ਆਪਾਂ ਦੇਖਦੇ ਹੀ ਹੈਗੇ ਆ ਕਿ ਕਿਸੇ ਕਈ ਵਾਰੀ ਜਿਹੜੇ ਜਹਾਜ਼ ਹੁੰਦੇ ਉਹਨੂੰ ਕਿਡਨੈਪ ਕਰ ਲਿਆ ਜਾਂਦਾ ਹੈਗਾ। ਇੱਦਾਂ ਦੇ ਕੇਸ ਵਿੱਚ ਸਰਕਾਰ ਤੋਂ ਕੋਈ ਕੰਮ ਕਰਵਾਉਣਾ, ਆਪਣਾ ਕੋਈ ਆਪਦੀ ਮਰਜ਼ੀ ਮੁਤਾਬਕ ਕੋਈ ਕਿਸੇ ਕੈਦੀ ਨੂੰ ਛਡਵਾਉਣਾ, ਠੀਕ ਹੈ। ਕੀ ਮਤਲਬ ਕਿ ਡਰਾਬਾ ਦੇ ਕੇ ਵੀ ਮੈਂ ਜਿਹੜੇ ਬੰਦੇ ਅਸੀਂ ਫੜੇ ਹੋਏ ਹੈਗੇ ਇਹਨੂੰ ਅਸੀਂ ਮਾਰ ਦੇਵਾਂਗੇ, ਠੀਕ ਹੈ। ਇੱਦਾਂ ਦੀ ਕੋਈ ਕਾਰਵਾਈ ਕੀਤੀ ਜਾਂਦੀ ਕਿਸੇ ਵਿਅਕਤੀ ਵੱਲੋਂ ਫਿਰੌਤੀ ਲੈਣ ਦੀ ਖਾਤਰ ਜਾਂ ਕਿਸੇ ਨੂੰ ਛਡਵਾਉਣ ਦੀ ਖਾਤਰ ਤਾਂ ਜਿਹੜੀ ਸਜ਼ਾ ਹੈਗੀ ਹੈ ਮੌਤ ਤੱਕ ਦੀ ਸਜ਼ਾ ਕੀਤੀ ਜਾ ਸਕਦੀ ਹੈ। ਦੋਸ਼ੀਆਂ ਨੂੰ ਮੌਤ ਤੱਕ ਦੀ ਸਜ਼ਾ ਹੋ ਸਕਦੀ ਹੈ ਜਾਂ ਉਮਰ ਕੈਦ ਵੀ ਹੋ ਸਕਦੀ ਹੈ। 365 ਸੈਕਸ਼ਨ ਚ ਹੈ ਕਿਡਨੈਪਿੰਗ ਔਰ ਅਬਡਕਟਿੰਗ ਵਿਦ ਇੰਟੈਂਟ ਸੀਕ੍ਰੀਟਲੀ ਐਂਡ wrongfully to confine person। ਇਹਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ 7 ਸਾਲ ਤੱਕ ਦੀ ਸਜ਼ਾ ਹੋ ਜਾਂਦੀ ਹੈ। 366 ਸੈਕਸ਼ਨ ਹੈ ਕਿਡਨੈਪਿੰਗ, ਅਬਡਕਟਿੰਗ ਔਰ ਇੰਡਿਊਸਿੰਗ ਵੂਮੈਨਸ ਟੂ ਕੰਪੈਲ ਹਰ ਮੈਰਿਜ। ਵਿਆਹ ਕਰਾਉਣ ਦੇ ਲਈ ਕਿਸੇ ਨੂੰ ਕੰਪੈਲ ਕਰ ਲੈਣਾ, ਕਿਡਨੈਪਿੰਗ ਕਰ ਲੈਣਾ, ਅਬਡਕਸ਼ਨ ਕਰ ਲੈਣੀ ਉਹਦੀ ਕਿਸੇ ਲੜਕੀ ਦੀ, ਕਿਸੇ ਕੰਪੈਲ ਹਰ ਮੈਰਿਜ, ਠੀਕ ਹੈ, ਉਹਨੂੰ ਬਹਿਕਾਣਾ ਵਿਆਹ ਕਰਾਉਣ ਦੀ ਖਾਤਰ, ਚੁੱਕ ਕੇ ਲੈ ਜਾਣਾ, ਇੰਡਿਊਸਿੰਗ ਕਰਨੀ, 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਦੋਸ਼ੀ ਨੂੰ, ਧਮਕੀਆਂ ਦੇਣੀਆਂ ਉਸ ਨੂੰ। 366 ਏ ਚ ਹੈਗਾ ਪ੍ਰੋਕਿਊਰੇਸ਼ਨ ਆਫ ਮਾਈਨਰ ਗਰਲ, ਜਿਹੜੀ ਲੜਕੀ ਹੈ 18 ਸਾਲ ਤੋਂ ਘੱਟ ਦੀ ਉਮਰ ਹੈ, ਟੂ ਗੋ ਫਰੋਮ ਐਨੀ ਪਲੇਸ ਔਰ ਟੂ ਡੂ ਐਨੀ ਐਕਟ, ਕਿਸੇ ਜਗ੍ਹਾ ਤੋਂ ਹੋਰ ਜਗ੍ਹਾ ਤੇ ਉਹਨੂੰ ਪਹੁੰਚਾ ਦੇਣਾ ਤੋਂ ਕੋਈ ਐਕਟ ਇੱਦਾਂ ਦੇ ਕਰਨ ਦੇ ਲਈ। ਸ਼ੀ ਵਿਲ ਬੀ ਫੋਰਸਡ ਔਰ ਸਡਿਊਸਡ ਟੂ ਇਲਿਸਿਟ ਇੰਟਰਕੋਰਸ ਵਿਦ ਅਨਦਰ ਪਰਸਨ, ਉਹ ਤੋਂ ਮਤਲਬ ਕਿ ਬੇਸ਼ਬਾਪਣੇ ਦਾ ਕੰਮ ਕਰਾਉਣ ਦੇ ਲਈ ਉਸ ਨੂੰ ਬਹਿਕਾਣਾ, ਮਜਬੂਰ ਕਰਨਾ ਤਾਂ ਇੱਥੇ ਜਿਹੜਾ ਦੋਸ਼ੀ ਹੈਗਾ ਉਹਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। 366 ਬੀ ਦੇ ਵਿੱਚ ਕੀ ਕਿਹਾ ਗਿਆ ਹੈ? ਇੰਪੋਰਟੇਸ਼ਨ of girl from foreign country, ਬਾਹਰਲੇ ਦੇਸ਼ਾਂ, ਬਾਹਰਲੇ ਕੰਟਰੀਆਂ ਤੋਂ ਕੋਈ ਲੜਕੀਆਂ ਨੂੰ ਇੰਪੋਰਟ ਕਰਨਾ, ਠੀਕ ਹੈ, ਇੰਪੋਰਟ ਕਰਕੇ ਲਿਆਉਣਾ ਇੰਡੀਆ ਦੇ ਵਿੱਚ ਤੇ ਉਹਨਾਂ ਤੋਂ ਬੇਸ਼ਬਾਪਣਾ ਕਰਵਾਉਣਾ। ਇੱਦਾਂ ਦੇ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਗਰਲਸ ਅੰਡਰ ਦਾ ਏਜ ਆਫ 21 ਈਅਰਸ, 21 ਸਾਲ ਤੋਂ ਘੱਟ ਉਮਰ ਦੀ ਲੜਕੀਆਂ ਨੂੰ ਲੈ ਕੇ ਆਉਣਾ ਬਾਹਰਲੇ ਕੰਟਰੀਆਂ ਤੋਂ, ਠੀਕ ਹੈ। ਇਸ ਕੇਸ ਦੇ ਵਿੱਚ ਕੀ ਹੈਗੀ ਹੈ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਦੋਸ਼ੀਆਂ ਨੂੰ। Next section 367 kidnapping, abducting in order to subject person to grievous hurt, slavery। kidnapping करके, abducting करके किसी ਨੂੰ grievous hurt ਕਰ ਦੇਣਾ, ਉਸ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਸਜ਼ਾ ਹੈਗੀ ਹੈ 10 ਸਾਲ ਤੱਕ ਦੀ ਹੋ ਜਾਂਦੀ ਹੈ।
फिर 368 ਦੇ ਵਿੱਚ ਕੀ ਹੈ, wrongfully concealing or keeping in confinement kidnapped or abducted person, ਕਿਸ ਨੂੰ ਕਿਸੇ ਨੂੰ ਕਿਡਨੈਪ ਕਰਕੇ ਲਿਆ ਗਿਆ ਹੈਗਾ ਤਾਂ wrongfully concealing ਉਹਨੂੰ ਛੁਪਾ ਕੇ ਰੱਖਿਆ ਗਿਆ, ਕਿਤੇ ਕਨਫਾਈਨ ਕਰਕੇ ਰੱਖਿਆ ਗਿਆ ਹੈਗਾ। with the same intention of knowledge or the same purpose as that punished in the same manner as he had kidnapped abducted such person। ਉੱਪਰਲੇ ਧਾਰਾਵਾਂ ਦੇ ਮੁਤਾਬਕ ਹੀ ਸਜ਼ਾ ਹੁੰਦੀ ਹੈ। 369 ਚ ਕਿਹਾ ਗਿਆ 369 kidnapping or abducting child under 10 years, 10 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਕਿਸੇ ਨੂੰ ਕਿਡਨੈਪ ਕਰ ਲੈਣਾ। intent to steal from its person, ਤਾਂ ਜਿਹੜੀ ਉਮਰ ਸਜ਼ਾ ਹੈਗੀ ਹੈ 7 ਸਾਲ ਤੱਕ ਦੀ ਹੋ ਸਕਦੀ ਹੈ। ਬਾਈਂਗ ਛੋਟੇ ਛੋਟੇ ਪੁਆਇੰਟਸ ਨੇ, ਥੋੜਾ ਫਰਕ ਹੈਗਾ, ਸਾਰਾ ਗੱਲ ਤਾਂ ਇੱਕੋ ਹੀ ਹੈਗੀ ਇਹਦੇ ਵਿੱਚ, ਬਸ ਸਜ਼ਾ ਦਾ ਫਰਕ ਦੱਸਿਆ ਗਿਆ ਅਲੱਗ-ਅਲੱਗ ਸੈਕਸ਼ਨ ਦੇ ਵਿੱਚ। ਬਾਈਂਗ ਔਰ ਡਿਸਪੋਜ਼ਿੰਗ ਆਫ ਐਨੀ ਪਰਸਨ ਐਜ਼ ਏ ਸਲੇਵ ਮਤਲਬ ਕੋਈ ਬੰਦੀ ਬਣਾ ਕੇ ਜਿਹਨੂੰ ਆਪਾਂ ਨੌਕਰੀ ਕਰਵਾਉਂਦੇ ਆ ਧੱਕੇ ਨਾਲ, ਜ਼ਬਰਦਸਤੀ, ਠੀਕ ਹੈ, ਉਹਦੀ ਖਰੀਦੋ ਫਰੋਖਤ ਕਰਨੀ, ਤਾਂ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਦੋਸ਼ੀਆਂ ਨੂੰ। ਐਕਚੁਅਲ ਡੀਲਿੰਗ ਇਨ ਸਲੇਵਸ, ਕੋਈ ਵਿਅਕਤੀ ਕੰਮ ਹੀ ਇਹ ਕਰਦਾ ਹੈਗਾ ਬੰਦਿਆਂ ਦੀ ਖਰੀਦੋ ਫਰੋਖਤ ਕਰਨੀ, ਠੀਕ ਹੈ, ਵੇਚ ਦਿੰਦਾ ਹੈ, ਖਰੀਦ ਲੈਂਦਾ ਹੈ, ਅੱਗੇ ਦੇ ਅੱਗੇ ਕਿਸੇ ਨੂੰ ਹੋਰ ਸਪਲਾਈ ਦਿੰਦਾ ਹੈਗਾ, ਤਾਂ ਜਿਹੜਾ ਵਿਅਕਤੀ ਐਸੇ ਕੰਮ ਕਰਦਾ ਹੈਗਾ ਤਾਂ ਉਹਨੂੰ 10 ਸਾਲ ਤੱਕ ਦੀ ਸਜ਼ਾ ਹੋ ਜਾਂਦੀ ਹੈ। ਸੈਲਿੰਗ ਮਾਈਨਰ ਫਾਰ ਦਾ ਪਰਪਸ ਆਫ ਪ੍ਰੋਸਟੀਟਿਊਸ਼ਨ, ਬੇਸ਼ਬਾਪਣਾ ਦੀ ਖਾਤਰ ਕਿਸੇ ਮਾਈਨਰ ਨੂੰ ਵੇਚਣਾ ਅੱਗੇ ਦੀ ਅੱਗੇ, ਠੀਕ ਹੈ, under the age of 18 person under the age of 18 years lets to hire for the purpose of prostitution or illicit intercourse with any person, any unlawful, ठीक है, ਤਾਂ ਐਸੇ ਵਿਅਕਤੀ ਨੂੰ ਜਿਹੜਾ ਇਦਾਂ ਦਾ ਦੋਸ਼ੀ ਪਾਇਆ ਗਿਆ ਉਸ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਚਲੋ 373 ਬਾਇੰਗ ਮਾਈਨਰ ਫਾਰ ਦਾ ਪਰਪਸ ਆਫ ਪ੍ਰੋਸਟੀਟਿਊਸ਼ਨ, ਪਹਿਲਾਂ ਵੀ ਆਇਆ ਸੀਗਾ, ਚਲੋ ਥੋੜਾ ਬਹੁਤਾ ਡਿਫਰੈਂਸ ਹੋਏਗਾ ਇਹਦੇ ਵਿੱਚ ਬਾਇੰਗ ਮਾਈਨਰ ਖਰੀਦਣਾ, ਹਾਂ ਉੱਪਰ ਆਇਆ ਸੀਗਾ ਕੋਈ ਜਾਂ ਕੋਈ ਖਰੀਦਦਾ ਹੈਗਾ ਇਦਾਂ ਦੇ ਕੇਸ ਦੇ ਵਿੱਚ। ਪ੍ਰੋਸਟੀਟਿਊਸ਼ਨ ਔਰ ਇਲੀਸਿਟ ਇੰਟਰਕੋਰਸ ਦੇ ਸੰਬੰਧ ਵਿੱਚ ਕੋਈ ਕਿਸੇ ਮਾਈਨਰ ਨੂੰ ਜਿਹੜਾ ਪਰਚੇਜ ਕਰਦਾ ਹੈਗਾ, ਵੇਚਣ ਵਾਲੇ ਨੂੰ ਸਜ਼ਾ ਉੱਪਰ ਦੱਸੀ ਸੀਗੀ ਉੱਪਰਲੇ ਸੈਕਸ਼ਨਾਂ 'ਚ, ਇੱਥੇ ਜਿਹੜਾ ਪਰਚੇਜ ਕਰਦਾ ਕਿਸੇ ਇਦਾਂ ਦੀ ਕੋਈ ਲੜਕੀਆਂ ਨੂੰ, ਮਾਈਨਰ ਲੜਕੀਆਂ ਨੂੰ ਪਰਚੇਜ ਕਰਦਾ ਤੇ ਇਹਨਾਂ ਤੋਂ ਇਦਾਂ ਦੇ ਗਲਤ ਕੰਮ ਕਰਵਾਉਂਦਾ ਤਾਂ ਉਹਨੂੰ ਜਿਹੜੀ ਸਜ਼ਾ ਹੈਗੀ ਹੈ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਨੈਕਸਟ ਹੈਗਾ ਸੈਕਸ਼ਨ 374 ਅਨਲॉफुल ਕੰਪਲਸਰੀ ਲੇਬਰ, ਅਨਲॉफुल ਲੇਬਰ ਕਰਵਾਈ ਜਾਣੀ ਕਿਸੇ ਨੂੰ, ਠੀਕ ਹੈ, ਬੰਦੀ ਬਣਾ ਕੇ ਰੋਟੀ ਦੇ ਵੀ ਕਿਤੇ ਦੌੜ ਨਾ ਸਕੇ, ਅਗੇਂਸਟ ਦਾ ਵਿਲ ਆਫ ਦੈਟ ਪਰਸਨ, ਜਦੋਂ ਕਿਸੇ ਤੋਂ ਕੋਈ ਕੰਮ ਕਰਵਾਉਂਦੇ ਆ, ਲੇਬਰ ਕਰਵਾਉਂਦੇ ਆ ਉਹਦੀ ਬਿਲ ਤੋਂ ਬਗੈਰ, ਠੀਕ ਹੈ, ਮਰਜ਼ੀ ਤੋਂ ਬਗੈਰ, ਤਾਂ ਜਿਹੜੀ ਸਜ਼ਾ ਹੈਗੀ 1 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਨੈਕਸਟ ਆ ਗਿਆ ਸੈਕਸ਼ੂਅਲ ਆਫੈਂਸਸ, ਸੈਕਸ਼ਨ 375, ਇਹਦੇ ਤੇ ਕੁਐਸਚਨ ਆ ਜਾਂਦੇ ਹੁੰਦੇ ਨੇ। ਰੇਪ ਦੀ ਗੱਲ ਕੀਤੀ ਗਈ ਹੈ ਪਹਿਲਾਂ, ਸੈਕਸ਼ਨ 375 ਹੈ, ਤੁਸੀਂ ਆਮ ਰੂਟੀਨ ਦੇ ਵਿੱਚ ਤੁਸੀਂ ਦੇਖਦੇ ਹੋ, ਰੋਜ਼ ਅਖਬਾਰਾਂ 'ਚ ਖਬਰਾਂ ਪੜ੍ਹਦੇ ਆਪਾਂ, ਠੀਕ ਹੈ। ਸੈਕਸ਼ਨ 375 ਰੇਪ ਦੀ ਡੈਫੀਨੇਸ਼ਨ ਦਿੱਤੀ ਗਈ ਹੈ। A man is said to commit rape who, except in the case, has sexual intercourse with a woman under the circumstances falling under any of the 6 following descriptions। ਇਹ 6 ਤਰ੍ਹਾਂ ਦੀਆਂ ਕੈਟਾਗਰੀ ਦਿੱਤੀਆਂ ਗਈਆਂ ਹੈਗੀਆਂ ਨੇ ਕਦੋਂ ਜਿਹੜਾ ਹੈਗਾ ਸੈਕਸ਼ੂਅਲ ਇੰਟਰਕੋਰਸ ਰੇਪ ਮੰਨਿਆ ਜਾਂਦਾ ਹੈ। ਪਹਿਲਾ ਕੀ ਕੇਸ ਹੈਗਾ, ਅਗੇਂਸਟ ਹਰ ਵਿਲ, ਵੂਮਨ ਦੀ ਵਿਲ ਤੋਂ ਬਿਨਾਂ ਜਦੋਂ ਕਿਸੇ ਨਾਲ ਇੰਟਰਕੋਰਸ ਕੀਤਾ ਜਾਂਦਾ ਹੈ ਤਾਂ ਉਸ ਨੂੰ ਅਸੀਂ ਰੇਪ ਕਹਿੰਦੇ ਆ। ਸੈਕੰਡ ਹੈਗਾ ਵਿਦਆਊਟ ਹਰ ਕੰਸੈਂਟ, ਉਹਨੇ ਕੰਸੈਂਟ ਨਾ ਦਿੱਤੀ ਹੀ ਹੋਵੇ। ਥਰਡ ਵਿਦ ਹਰ ਕੰਸੈਂਟ, ਕੰਸੈਂਟ ਦਿੱਤੀ ਹੀ ਹੋਵੇ ਪਰ ਜਿਹੜੀ ਕੰਸੈਂਟ ਹੈਗੀ ਆ ਉਹ ਕਿਸ ਤਰ੍ਹਾਂ ਲਈ ਗਈ ਹੋਵੇ, ਧਮਕੀ ਨਾਲ ਲਈ ਗਈ ਹੋਵੇ। ਸ਼ੀ ਇਜ਼ ਇੰਟਰਸਟਡ ਇਨ ਫੀਅਰ, ਉਹਨੂੰ ਡਰਾ ਧਮਕਾ ਕੇ ਮਾਰਨ ਦਾ ਦਬਕਾ ਦੇ ਕੇ, ਮੌਤ ਦਾ ਖਤਰਾ ਦੇ ਕੇ ਜਾਂ ਜ਼ਖਮੀ ਕਰਨ ਦਾ ਖਤਰਾ ਦੇ ਕੇ ਕੰਸੈਂਟ ਲਈ ਗਈ ਹੋਵੇ, ਠੀਕ ਹੈ। ਇੱਦਾਂ ਦੇ ਕੇਸ ਵੀ ਜਿਹੜੀ ਹੈਗੀ ਕੰਸੈਂਟ ਨਹੀਂ ਮੰਨੀ ਜਾਂਦੀ, ਇਹ ਵੀ ਰੇਪ ਮੰਨਿਆ ਜਾਂਦਾ ਹੈ। ਵਿਦ ਹਰ ਕੰਸੈਂਟ, ਕੰਸੈਂਟ ਲਈ ਗਈ ਹੋਵੇ
but she believes that she is another man to whom she is or believes herself to be lawfully married। ਕੰਸੈਂਟ ਤਾਂ ਲਈ ਗਈ ਹੋਵੇ ਪਰ ਐਦਾਂ ਕਹਿ ਕੇ ਲਈ ਗਈ ਹੋਵੇ ਵੀ ਇਹ ਤਾਂ ਉਹਦਾ ਹਸਬੈਂਡ ਹੈਗਾ, ਐਕਚੁਅਲੀ ਹਸਬੈਂਡ ਨਾ ਹੋਵੇ, ਬੰਦਾ ਵਿਅਕਤੀ ਕੋਈ ਹੋਰ ਹੋਵੇ, ਠੀਕ ਹੈ, ਲਾਫਲੀ ਮੈਰਿਡ ਨਾ ਹੋਵੇ ਉਹਦੇ ਨਾਲ, ਤਾਂ ਵੀ ਰੇਪ ਕਿਹਾ ਜਾਂਦਾ ਹੈ। ਵਿਦ ਹਰ ਕੰਸੈਂਟ ਲਈ ਗਈ ਹੋਵੇ, ਪਰ ਲਈ ਕਿਸ ਤਰ੍ਹਾਂ ਗਈ ਹੋਵੇ, ਉਹਨੂੰ ਕੋਈ ਇੰਟੌਕਸੀਕੇਸ਼ਨ, ਕੋਈ ਮੈਡੀਸਿਨ ਪਿਲਾ ਕੇ, ਅਨਸਾਊਂਡਨੈਸ ਆਫ ਦਾ ਮਾਈਂਡ, ਠੀਕ ਹੈ, ਜਦੋਂ ਉਹ ਮਤਲਬ ਕਿ ਬੇਹੋਸ਼ ਹੋ ਜਾਵੇ, ਕਿਸੇ ਨਾ ਕਿਸੇ ਇੱਦਾਂ ਦੀ ਕੋਈ ਮਤਲਬ ਸਬਸਟੈਂਸ ਦੇ ਕੇ ਉਸ ਤੋਂ ਜਿਹੜੀ ਕੰਸੈਂਟ ਲਈ ਜਾਂਦੀ ਹੈ ਕਿਸੇ ਵੂਮੈਨ ਤੋਂ, ਸ਼ੀ ਇਜ਼ ਅਨਏਬਲ ਟੂ ਅੰਡਰਸਟੈਂਡ ਦਾ ਨੇਚਰ ਆਫ ਦਾ ਕੰਸੀਕੁਐਂਸਿਸ, ਉਹਨੂੰ ਨਾ ਪਤਾ ਹੋਵੇ ਕੀ ਹਾਲਾਤ ਕੀ ਹੈਗੇ ਆ, ਟੂ ਵਿਚ ਸ਼ੀ ਗਿਵਸ ਕੰਸੈਂਟ, ਜਦੋਂ ਕੰਸੈਂਟ ਦੇ ਦਿੰਦੀ ਹੈ, ਠੀਕ ਹੈ, ਕਿਸੇ ਮਤਲਬ ਕਿ ਨਸ਼ੇ ਦੇ ਸੰਬੰਧ ਵਿੱਚ। ਫਿਰ 6(3) ਕੀ ਹੈਗਾ, ਵਿਦ ਔਰ ਵਿਦਆਊਟ ਹਰ ਕੰਸੈਂਟ ਦਿੱਤੀ ਹੋਵੇ ਚਾਹੇ ਨਾ ਦਿੱਤੀ ਹੋਵੇ, ਵੈਨ ਸ਼ੀ ਇਜ਼ ਅੰਡਰ 16 years of the age, ਜਦੋਂ ਕੋਈ ਜਿਹੜੀ ਲੜਕੀ ਹੈ ਵੂਮੈਨ ਹੈਗੀ ਆ ਉਹ 16 ਸਾਲ ਤੋਂ ਘੱਟ ਹੋਵੇ, ਤਾਂ ਫਿਰ ਉਹਦੇ ਚਾਹੇ ਬੇਸ਼ੱਕ ਕੰਸੈਂਟ ਦੇਵੇ ਬੇਸ਼ੱਕ ਨਾ ਕੰਸੈਂਟ ਦੇਵੇ, ਤਾਂ ਉਹਦੇ ਨਾਲ ਕੋਈ ਇੰਟਰਕੋਰਸ ਕਰਨਾ ਤਾਂ ਉਹ ਰੇਪ ਮੰਨਿਆ ਜਾਂਦਾ ਹੈ। penetration is sufficient to constitute the sexual intercourse with respect to the offense of rape। ਐਕਸੈਪਸ਼ਨ ਦਿੱਤੀ ਗਈ ਅੱਗੇ, ਇੱਕ ਐਕਸੈਪਸ਼ਨ ਦਿੱਤੀ ਗਈ ਹੈ ਇਹਦੇ ਵਿੱਚ ਪੂਰੇ ਸੈਕਸ਼ਨ ਦੇ ਨਾਲ, ਕਹਿੰਦੇ ਸੈਕਸ਼ੂਅਲ ਇੰਟਰਕੋਰਸ ਬਾਈ ਅ ਮੈਨ ਵਿਦ ਹਿਸ ਵੂਮਨ with his own wife, the wife not being under the 15 years of the age is not a rape। ਜਦੋਂ ਕੋਈ ਵਿਅਕਤੀ ਆਪਣੀ ਵਾਈਫ ਦੇ ਨਾਲ ਕੋਈ ਇਦਾਂ ਦਾ ਇੰਟਰਕੋਰਸ ਕਰਦਾ ਹੈਗਾ ਤੇ ਵਾਈਫ ਦੀ ਉਮਰ 15 ਸਾਲ ਤੋਂ ਘੱਟ ਨਾ ਹੋਵੇ ਤਾਂ ਉਸ ਨੂੰ ਅਸੀਂ ਰੇਪ ਨਹੀਂ ਕਹਿ ਸਕਦੇ। ਪੁਨਿਸ਼ਮੈਂਟ ਰੇਪ ਦੀ ਕਿੰਨੀ ਹੁੰਦੀ ਹੈ, ਸੈਕਸ਼ਨ 376 ਹੈਗੀ ਹੈ, punishment for the rape shall be punished with the imprisonment of either deception for a term which shall not be less than 7 years, ਘੱਟੋ ਘੱਟ 7 ਸਾਲ ਦੀ, but shall may be which may be for the life, ਉਮਰ ਕੈਦ ਵੀ ਹੋ ਸਕਦੀ ਹੈ, ਪਰ ਘੱਟੋ ਘੱਟ 7 ਸਾਲ ਦੀ, ਤੇ ਫਿਰ ਉਮਰ ਕੈਦ ਵੀ ਹੋ ਸਕਦੀ ਹੈ, ਔਰ for a term which may extend to 10 years, 10 ਸਾਲ ਤੱਕ ਦੀ ਵੀ ਹੋ ਸਕਦੀ ਹੈ। ਤੇ ਜੇਕਰ ਓਨ ਵਾਈਫ ਹੋਵੇ, ਓਨ ਵਾਈਫ 15 ਸਾਲ ਤੋਂ ਘੱਟ ਦੀ ਉਮਰ ਹੋਵੇ, ਉਹਦੇ ਨਾਲ ਕੋਈ ਇੰਟਰਕੋਰਸ ਕੀਤਾ ਗਿਆ ਹੋਵੇ, ਤਾਂ ਜਿਹੜੀ ਸਜ਼ਾ ਹੈਗੀ ਹੈ ਉਹ ਘੱਟ ਕੇ 2 ਸਾਲ ਤੱਕ ਦੀ ਰਹਿ ਜਾਂਦੀ ਹੈ। provided that, ਇਹਦੇ ਚ ਨਾਲ ਕੋਈ ਪ੍ਰੋਵੀਜ਼ਨ ਦਿੱਤੀ ਗਈ ਹੈ, provided that court may for adequate or special reasons to be mentioned in the judgment impose a sentence imprisonment for a term less than 7 years। ਜਿਹੜਾ ਲਾਅ ਹੈਗਾ, ਲਾਅ ਤਾਂ ਇਹ ਕਹਿੰਦਾ ਵੀ 7 ਸਾਲ ਤੋਂ ਤੱਕ ਘੱਟ ਸਜ਼ਾ ਜਿਹੜੀ ਨਹੀਂ ਹੋ ਸਕਦੀ ਹੈ ਇਦਾਂ ਦੇ ਰੇਪ ਦੇ ਕੇਸ ਦੇ ਵਿੱਚ, ਪਰ ਜਿੱਥੇ ਕਿਤੇ ਜਿਹੜੀ ਕੋਰਟ ਹੈਗੀ ਆ ਉਹ ਸਪੈਸ਼ਲ ਰੀਜ਼ਨ ਦੱਸਦੇ ਹੋਏ ਆਪਣੀ ਜੱਜਮੈਂਟ ਦੇ ਵਿੱਚ ਜਿਹੜੀ ਸੈਂਟੈਂਸ ਹੈਗੀ ਆ ਉਹ 7 ਸਾਲ ਤੋਂ ਘੱਟ ਵੀ ਇੰਪੋਜ਼ ਕਰ ਸਕਦੀ ਹੈ। सबसेक्शन 2 ਚ ਕੀ ਕਿਹਾ ਗਿਆ, whoever being a police officer commits rape, ਪੁਲਿਸ ਆਫੀਸਰ ਦੀ ਗੱਲ ਕੀਤੀ ਗਈ ਹੈ, commits rape within the limits of the public police station। ਜੇ ਕੋਈ ਪੁਲਿਸ ਸਟੇਸ਼ਨ ਦੇ ਦਾਇਰੇ ਦੇ ਵਿੱਚ ਕੋਈ ਪੁਲਿਸ ਆਫੀਸਰ ਰੇਪ ਕਮਿਟ ਕਰਦਾ, ਜਾਂ ਫਿਰ ਪੁਲਿਸ ਸਟੇਸ਼ਨ ਦੇ ਵਿੱਚ ਜਦ ਕੋਈ ਰੇਪ ਕਮਿਟ ਕਰਦਾ ਪੁਲਿਸ ਆਫੀਸਰ, ਔਰ ਔਨ ਏ ਵੂਮਨ ਇਨ ਹਿਸ ਕਸਟਡੀ ਔਰ ਇਨ ਦਾ ਕਸਟਡੀ ਆਫ ਏ ਪੁਲਿਸ ਆਫੀਸਰ, ਜਾਂ ਉਹਦੀ ਕਸਟਡੀ ਦੇ ਵਿੱਚ ਕੋਈ ਵੂਮਨ ਹੋਵੇ ਜਾਂ ਉਹਦੇ ਕਿਸੇ ਸਬਆਰਡੀਨੇਟ ਦੀ ਕਸਟਡੀ 'ਚ ਵੂਮਨ ਹੋਵੇ, ਤਾਂ ਜਿਹੜੀ ਇਹ ਵਾਲੇ ਜਿੱਥੇ ਉੱਪਰ ਸਜ਼ਾ ਦੀ ਗੱਲ ਕੀਤੀ ਗਈ ਹੈ, ਇਹੋ ਜਿਹੇ ਕੇਸਾਂ 'ਚ ਜਿਹੜੀ ਸਜ਼ਾ ਹੁੰਦੀ ਹੈ, ਆ ਜਿਹੜੇ ਪੁਆਇੰਟ ਦਿੱਤੇ ਗਏ ਨੇ, ਤੇ ਰੀਗਰਸ ਇੰਪ੍ਰਿਜ਼ਨਮੈਂਟ ਹੁੰਦੀ ਹੈ। ਰੀਗਰਸ ਜਿਹੜੇ ਪੁਆਇੰਟ ਪਰ ਦਿੱਤੇ ਗਏ ਨੇ, ਰੀਗਰਸ ਇੰਪ੍ਰਿਜ਼ਨਮੈਂਟ ਫਾਰ ਏ ਟਰਮ ਸ਼ੈਲ ਨਾਟ ਬੀ ਲੈਸ ਦੈਨ 10 years, ਘੱਟੋ ਘੱਟ 10 ਸਾਲ ਦੀ ਸਜ਼ਾ ਹੁੰਦੀ ਹੈ। ਪੁਆਇੰਟਸ ਕਿਹੜੇ ਦਿੱਤੇ ਗਏ ਨੇ ਇਹ ਰੀਗਰਸ ਇੰਪ੍ਰਿਜ਼ਨਮੈਂਟ ਦੇ, ਇੱਕ ਤਾਂ ਪੁਲਿਸ ਆਫੀਸਰ ਕੋਈ ਹੋਵੇ, ਉਹਦੀ ਕਸਟਡੀ 'ਚ ਕੋਈ ਵੂਮੈਨ ਹੋਵੇ, ਜਾਂ ਦੂਜਾ ਕੋਈ ਪਬਲਿਕ ਸਰਵੈਂਟ ਹੋਵੇ, ਆਫੀਸ਼ੀਅਲ ਪੋਜੀਸ਼ਨ ਦੇ ਵਿੱਚ ਹੋਵੇ ਤੇ ਉਹਦੇ ਅਧੀਨ ਕੋਈ ਵੂਮੈਨ ਕੰਮ ਕਰਦੀ ਹੋਵੇ, ਉਹਦੇ ਨਾਲ ਰੇਪ ਕਮਿਟ ਕਰਨਾ, ਜਾਂ ਫਿਰ ਬੀਇੰਗ ਔਨ ਦਾ ਮੈਨੇਜਮੈਂਟ ਦੇ ਵਿੱਚ ਕੋਈ ਸਟਾਫ, ਔਰ ਔਨ ਦਾ ਸਟਾਫ ਆਫ ਏ ਜੇਲ੍ਹ ਦਾ ਕੋਈ ਸਟਾਫ ਮੈਂਬਰ ਹੋਵੇ, ਠੀਕ ਹੈ, ਰਿਮਾਂਡ ਹੋਮ ਦੇ ਵਿੱਚ ਹੋਵੇ ਚਾਹੇ ਡਿਊਟੀ ਉਹਦੀ, ਔਰ ਅਦਰ ਪਲੇਸ or the custody established by or under any law for the time in force, women's children ਨੂੰ ਕਿਤੇ ਰੱਖਿਆ ਜਾਂਦਾ ਹੈ, ਜੇ ਵੂਮਨ ਨੂੰ ਰੱਖਿਆ ਜਾਂਦਾ ਹੈਗਾ, ਉੱਥੇ ਕਿਸੇ ਵਿਅਕਤੀ ਦੀ ਡਿਊਟੀ ਹੋਵੇ, ਉੱਥੇ ਕੋਈ ਰੇਪ ਕਮਿਟ ਕਰ ਦਿੰਦਾ ਹੈ, ਉਹ ਰੀਗਰਸ ਮੰਨਿਆ ਜਾਂਦਾ ਹੈ, ਉਹ 'ਚ ਘੱਟੋ ਘੱਟ ਜਿਹੜੀ ਸਜ਼ਾ ਹੈਗੀ 10 ਸਾਲ ਦੀ ਹੋ ਜਾਂਦੀ ਹੈ। ਜਾਂ ਫਿਰ ਹਸਪੀਟਲ ਦੀ ਗੱਲ ਕੀਤੀ ਗਈ ਹੈ, ਮੈਨੇਜਮੈਂਟ ਹੋਵੇ, ਮੈਨੇਜਮੈਂਟ ਦਾ ਕੋਈ ਸਟਾਫ ਦਾ ਮੈਂਬਰ ਹੋਵੇ, ਠੀਕ ਹੈ, ਕਿਸੇ ਆਫੀਸ਼ੀਅਲ ਕੈਪੈਸਿਟੀ ਤੇ ਹੋਵੇ,
ਉਹ ਹਸਪੀਟਲ ਦੇ ਵਿੱਚ ਕਿਸੇ ਡਿਊਟੀ ਵਾਲੀ ਕਿਸੇ ਵੂਮਨ ਨੂੰ ਕੋਈ ਰੇਪ ਕਰ ਦਿੰਦਾ ਹੈਗਾ ਤਾਂ ਵੀ ਰੀਗਰਸ ਉਹਦੇ ਵਿੱਚ ਆ ਜਾਂਦਾ, ਜਾਂ ਫਿਰ ਕਮਿਟਸ ਰੇਪ ਔਨ ਅ ਵੂਮਨ ਨੋਇੰਗ ਹਰ ਟੂ ਬੀ ਪ੍ਰੈਗਨੈਂਟ ਹੋਣ ਦੇ ਬਾਵਜੂਦ ਵੀ ਉਹਦੇ ਨਾਲ ਰੇਪ ਕਮਿਟ ਕਰਨਾ, ਤਦ ਵੀ ਜਿਹੜਾ ਰਿਗਰਸ ਇੰਪ੍ਰਿਜ਼ਨਮੈਂਟ ਆ ਜਾਏਗਾ, ਘੱਟੋ ਘੱਟ 10 ਸਾਲ ਦੀ ਸਜ਼ਾ। ਕਮਿਟਸ ਰੇਪ ਔਨ ਅ ਵੂਮਨ ਵੈਨ ਸ਼ੀ ਇਜ਼ ਅੰਡਰ ਦਾ 12 ਇਅਰਸ ਆਫ ਦਾ ਏਜ, 12 ਸਾਲ ਤੋਂ ਘੱਟ ਉਮਰ ਦੀ ਕੋਈ ਲੜਕੀ ਹੋਵੇ ਉਹਦੇ ਨਾਲ ਰੇਪ ਕਮਿਟ ਕਰਨਾ ਵੀ ਰਿਗਰਸ ਜਿਹੜੀ ਸਜ਼ਾ ਹੈਗੀ ਹੈ ਉਹ 'ਚ ਆ ਜਾਂਦਾ ਹੈ 10 ਸਾਲ ਤੋਂ ਘੱਟੋ ਘੱਟ 10 ਸਾਲ ਦੀ ਸਜ਼ਾ। ਜਾਂ ਫਿਰ ਕਮਿਟਸ ਗੈਂਗ ਰੇਪ ਦੀ ਜਿਹੜੀ ਉਹ ਹੈਗੀ ਹੈ ਸਜ਼ਾ ਹੈਗੀ ਹੈ ਉਹ ਵੀ 10 ਸਾਲ ਦੀ ਸਜ਼ਾ ਆ ਜਾਂਦੀ ਹੈ। ਨੈਕਸਟ ਇੱਕ ਐਕਸਪਲੇਨੇਸ਼ਨ ਦਿੱਤੀ ਗਈ ਹੈ, where a woman is raped by one or more in the group of persons acting in furtherance of their common intention each of the person। ਕੋਈ ਗੈਂਗ ਰੇਪ ਹੁੰਦਾ ਹੈ, ਕੋਈ ਸਾਰਿਆਂ ਦੀ ਕਾਮਨ ਇੰਟੈਂਸ਼ਨ ਇੱਕ ਹੁੰਦੀ ਹੈ, ਬੇਸ਼ੱਕ ਕਿਸੇ ਨੇ ਕੀਤਾ ਕਿਸੇ ਨੇ ਨਾ ਕੀਤਾ, ਠੀਕ ਹੈ, ਉਹ ਸਾਰਿਆਂ ਨੂੰ ਜਿਹੜੀ ਸਜ਼ਾ ਜਿਹੜਾ ਗੈਂਗ ਦੇ ਜਿਹੜੇ ਮੈਂਬਰ ਹੁੰਦੇ ਨੇ ਸਾਰੇ ਹੀ ਦੋਸ਼ੀ ਪਾਏ ਜਾਂਦੇ ਆ। Section 376A, intercourse by a man with his wife during separation, judicial separation ਹੋਈ ਵੀ ਹੈ ਸੈਕਸ਼ਨ 12 ਦੇ ਤਹਿਤ ਸ਼ਾਇਦ ਹੁੰਦੀ ਹੈ ਮੈਰਿਜ ਐਕਟ ਦਾ। ਜੁਡੀਸ਼ੀਅਲ ਸੈਪਰੇਸ਼ਨ ਹੋਈ ਵੀ ਹੈ, ਠੀਕ ਹੈ, ਹਸਬੈਂਡ ਵਾਈਫ ਦੀ, ਉਹਦੇ ਨਾਲ ਫਿਰ ਕੋਈ ਰੇਪ ਕਮਿਟ ਕਰ ਦਿੰਦਾ ਹੈਗਾ ਜਿਹੜਾ ਹਸਬੈਂਡ ਹੈ ਆਪਣੀ ਵਾਈਫ ਦੇ ਨਾਲ, ਤਾਂ ਉਹਨੂੰ ਜਿਹੜੀ ਸਜ਼ਾ ਹੈਗੀ 2 ਸਾਲ ਤੱਕ ਦੀ ਹੋ ਸਕਦੀ ਹੈ। 376B ਦੇ ਵਿੱਚ ਕਿਹਾ, ਇੰਟਰਕੋਰਸ ਬਾਈ ਪਬਲਿਕ ਸਰਵੈਂਟ ਵਿਦ ਵੂਮਨ ਇਨ ਹਿਜ਼ ਕਸਟਡੀ, ਕੋਈ ਵੂਮਨ ਹੈ ਉਹਦੀ ਕਸਟਡੀ ਦੇ ਵਿੱਚ ਹੈਗੀ ਹੈ, ਠੀਕ ਹੈ, ਰੀਜ਼ਨ ਕੋਈ ਵੀ ਹੋ ਸਕਦਾ ਹੈ, ਕੋਈ ਪੁਲਿਸ ਆਫੀਸਰ ਵੀ ਹੋ ਸਕਦਾ ਹੈ, ਕੋਈ ਹੋਰ ਵੀ ਰੀਜ਼ਨ ਹੋ ਸਕਦਾ ਹੈ, ਟੂ ਹੈਵ ਸੈਕਚੁਅਲ ਇੰਟਰਕੋਰਸ with him, such sexual intercourse not amounting to the offence of rape shall be punished with imprisonment of either for a term 5 year, 5 साल तक की सजा हो सकती है। 376C, intercourse by superintendent of the jail, remand home, कोई remand home हैगा, कोई superintendent है जेल ਦਾ, ठीक है, एटसेट्रा ਦੀ ਗੱਲ ਕੀਤੀ ਗਈ ਹੈ, ਉੱਥੇ ਜਿਹੜੀ ਹੈਗੀ ਹੈ such sexual intercourse not amounting to the offence of rape, ਇੰਟਰਕੋਰਸ ਤਾਂ ਕੀਤਾ ਹੈ ਪਰ ਇਹ ਰੇਪ ਦੀ ਭਾਸ਼ਾ ਉਹ 'ਚ ਨਹੀਂ ਆਉਂਦਾ ਹੈਗਾ, ਡੈਫੀਨੇਸ਼ਨ ਨਹੀਂ ਆਉਂਦਾ। ਸ਼ੈਲ ਬੀ ਪੁਨਿਸ਼ਡ ਵਿਦ ਇੰਪ੍ਰਿਜ਼ਨਮੈਂਟ ਫॉर ਅ ਟਰਮ ਵਿਚ ਮੇ ਐਕਸਟੈਂਡ ਟੂ 5 ਈਅਰ, 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਨੈਕਸਟ ਹੈ ਸੈਕਸ਼ਨ 376D, ਇੰਟਰਕੋਰਸ ਬਾਈ ਐਨੀ ਮੈਂਬਰ ਆਫ ਦਾ ਮੈਨੇਜਮੈਂਟ ਆਫ ਸਟਾਫ, ਠੀਕ ਹੈ, ਹਸਪੀਟਲ ਦੇ ਸਟਾਫ ਦੀ ਗੱਲ ਕੀਤੀ ਗਈ ਹੈ, ਐਨੀ ਵੂਮਨ ਇਨ ਦੈਟ ਹਸਪੀਟਲ ਜਿਹੜੀ ਹੈਗੀ ਹੈ ਇਹ ਵੀ ਮਤਲਬ ਕਿ ਕਿਹਾ ਗਿਆ ਵੀ ਐਸਾ ਇੰਟਰਕੋਰਸ ਬੇਸ਼ੱਕ ਉਹ ਰੇਪ ਦੀ ਪਰਿਭਾਸ਼ਾ 'ਚ ਨਾ ਆਉਂਦਾ ਹੋਵੇ, ਠੀਕ ਹੈ, ਫਿਰ ਵੀ ਜਿਹੜੀ ਹੈਗੀ ਹੈ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। Next is section 377, unnatural offences, whoever bluntly has carnal intercourse against the order of the nature ਦੇ ਖਿਲਾਫ with any man, woman, animal ਵਗੈਰਾ ਦੇ ਨਾਲ ਕੋਈ ਇਦਾਂ ਦਾ ਗੱਲ ਕਰਦਾ ਹੈਗਾ ਤਾਂ ਉਹਨੂੰ ਹੈਗੀ ਹੈ ਸਜ਼ਾ 10 ਸਾਲ ਤੱਕ ਦੀ ਹੋ ਸਕਦੀ ਹੈ। ਅਗਲਾ ਸਾਡਾ ਹੈਡ ਆ ਗਿਆ ਥੈਫਟ ਦਾ, ਥੈਫਟ section 378, theft, whoever intending to take dishonestly any movable property out of the possession of any person without that person's consent, ठीक है, moves that property in order to such taking is said to commit the theft। किसी ਦੀ property ਨੂੰ ਚੋਰੀ ਕਰਕੇ ਲੈ ਕੇ ਜਾਣਾ ਜਾਂ ਚੋਰੀ ਖੋਲ ਲੈਣਾ, ਡੰਗਰ ਨੂੰ ਖੋਲ ਕੇ ਲੈ ਜਾਣਾ, ਠੀਕ ਹੈ, ਜਾਂ ਜਿਵੇਂ ਕਿ ਐਕਸਪਲੇਸ਼ਨ ਦਿੱਤੀਆਂ ਗਈਆਂ ਨੇ ਥੋੜ੍ਹੀਆਂ ਥੋੜ੍ਹੀਆਂ ਥੱਲੇ, ਅਟੈਚ ਟੂ ਦਾ ਅਰਥ ਕੋਈ ਮਤਲਬ ਕਿ ਨਟਾਂ ਦੇ ਨਾਲ ਕੋਈ ਪ੍ਰੋਪਰਟੀ ਕਸੀ ਵੀ ਸੀ, ਕੋਈ ਮਸ਼ੀਨਰੀ ਕਸੀ ਵੀ ਸੀ, ਉਹਨੂੰ ਖੋਲ ਲੈਣਾ, ਜਾਂ ਫਿਰ ਮੂਵਿੰਗ ਅਫੈਕਟਡ ਬਾਏ ਸੇਮ, ਜਾਂ ਕਿਸੇ ਡੰਗਰ ਦਾ ਰੱਸਾ ਖੋਲ ਲੈਣਾ, ਠੀਕ ਹੈ ਜੀ, ਰਿਮੂਵਿੰਗ ਐਨ obstacle which prevented it from moving, ਕੋਈ ਜਿੰਦੇ ਜੁੰਦੇ ਤੋੜ ਕੇ ਕੋਈ ਚੋਰੀ ਕਰਨ ਦੇ ਮਕਸਦ ਦੇ ਨਾਲ ਐਸੀ ਕਾਰਵਾਈ ਕਰ ਲੈਣਾ। A person who by any means causing animal to move, animal ਨੂੰ ਰੱਸਾ ਖੋਲ ਲੈਣਾ ਐਨੀਮਲ ਦਾ, ਠੀਕ ਹੈ, ਇੱਦਾਂ ਦੀ ਜਿਹੜੀਆਂ ਕਾਰਵਾਈ ਕੀਤੀ ਇਹਨੂੰ ਅਸੀਂ ਥੈਫਟ ਕਹਿੰਦੇ ਆ। ਮਤਲਬ ਕਿ ਚੋਰੀ ਕਰਨ ਦੇ ਮਕਸਦ ਨਾਲ ਕਿਸੇ ਪ੍ਰਾਪਰਟੀ ਨੂੰ ਕਿਸੇ ਨੂੰ
लैके जाने की जिहड़ी कार्रवाई की जाती है, किसी भी तरह की कार्रवाई वो हैगी है, चाहे उसनूं असीं थैफ्ट कहांगे। जिवें कि कोई एग्जाम्पल दी गई, एक ए फाइंड्स ए रिंग लाइंग ऑन द हाई रोड नॉट इन द पोजेशन ऑफ एनी पर्सन, ए बाय टेकिंग इट ए चुक लैंदा है रिंग नूं, रिंग गिरी पई है, कमिट्स नो थैफ्ट। इत्थे उहनूं थैफ्ट नहीं कहा जा सकदा, क्योंकि ये गिरी पई है किसी व्यक्ति की, उहनूं पता किहदी है किहदी नहीं, ये नहीं पता हैगा। दो ही है मे कमिट क्रिमिनल मिसएप्रोप्रिएशन ऑफ द प्रॉपर्टी, बेशक वो क्रिमिनल मिसएप्रोप्रिएशन दा कर रहा हैगा, पर ਉਹ ਚੋਰੀ ਨਹੀਂ ਕੀਤੀ ਜਾ ਰਹੀ ਇਹਦੇ ਵਿੱਚ। थ्री 79 हैगा पनिशमेंट फॉर द थैफ्ट, 3 साल तक की सज़ा हो सकती है पनिशमेंट दे थैफ्ट के केस दे विच। थैफ्ट इन डिवेलिंग हाउस, किसी रैशी घर दे विच कोई चोरी करता हैगा तो जिहड़ी सज़ा हैगी है वो वध के 7 साल की हो जाती है। 380 फिर 381 थैफ्ट बाय क्लर्क और सर्वेंट ऑफ प्रॉपर्टी इन पोजेशन, कोई आपदा ही व्यक्ति कोई आपदा सर्विसमैन कोई चोरी करता इदां दी तो ਉਹਦੀ ਜਿਹੜੀ सज़ा हैगी होर वध जाती हैगी, 7 साल की हो जाती है। थैफ्ट आफ्टर द प्रेपरेशन मेड फॉर काजिंग डेथ हर्ट और स्टेंट, इदां दे केस दे विच मेड फॉर काजिंग डेथ हर्ट और स्टेंट तो जिहड़ी सज़ा हैगी है होर वध जाती है। दस साल तक की सज़ा हो जाती है। एक्सटॉर्शन की गल की गई, एक्सटॉर्शन की हैगी है, डेफिनेशन दी गई एक्सटॉर्शन 383 दे विच, whoever intentionally puts any person in fear, किसी व्यक्ति के अंदर डर पैदा कर देना भी मैं तेरे खिलाफ कोई ना कोई अखबार की खबर छपाना, कोई प्रेस के रिलीज कर देना, ठीक है, इदां दी किसी को डरा धमका के उस तो कुछ ना कुछ पेमेंट लैनी, कोई प्रॉपर्टी लैनी, कोई पैसा लैना, वैल्यूएबल सिक्योरिटी लैनी, तो इसनूं की कहने असीं एक्सटॉर्शन कहने। किसी जिवें कि आम तौर पर किसी बंदे नूं मतलब कि ब्लैकमेलिंग करके कोई पैसे लैने किस तो, उहनूं असीं कह देना एक्सटॉर्शन हैगी है। 385 च पुटिंग परसन इन फीयर ऑफ इंजरी, ठीक है, जो असीं उसनूं उहदे पर उहनूं डर पा दईए एक्सटॉर्शन का भी तेनूं मैं जख्मी कर दांगा, तेरे सੱਟ मारांगा, ये करांगा, ठीक है, तो जिहड़ी सज़ा हैगी है 2 साल तक दी हो जाती है। 386 ਦੇ ਵਿੱਚ ਹੈਗਾ एक्सटॉर्शन बाय पुटिंग ए परसन इन फीयर ऑफ डेथ ग्रीवियस हर्ट, ਜਦੋਂ ਹੋਰ ਜ਼ਿਆਦਾ ਧਮਕਾਇਆ ਜਾਵੇ भी मौत का खतरा भी हो जाए वाले, ग्रीवियस हर्ट का खतरा भी हो जाए, ठीक है, जिमें गैंगस्टर वगैरह वालों किया जाता है, तो जी सज़ा हैगी है 10 साल तक की हो सकती है। 387 पुटिंग परसन इन फीयर ऑफ डेथ और ग्रीवियस हर्ट इन ऑर्डर टू कमिट एक्सटॉर्शन, punishable with imprisonment high term 7 years। आगे चलो। 388 से एक्सटॉर्शन बाय द थ्रेट ऑफ एक्यूजेशन, इल्जाम लगाना किसी ऊपर, ऑफेंस पनिशेबल विद डेथ, किसी ऊपर मौत का या कोई उम्र कैद का कोई इल्जाम लगा देना, इदां दी एक्सटॉर्शन करना किसी नूं भी नहीं मैं तेरे खिलाफ इदां दी कार्रवाई करांगा भी तेने वो जिहड़ा हैगा मन्ना मारिया जी, वो इदां दी गल करके जी कोई किसी नूं एक्सटॉर्ट करदा तो 10 साल तक की सज़ा हो सकती हैगी है। पुटिंग परसन इन फीयर ऑफ एक्विजिशन ऑफ ऑफेंस इन ऑर्डर टू कमिट एक्सटॉर्शन, 10 साल तक की सज़ा हो जाती है। नैक्सट आ गया साडा हैड रॉबरी एंड डकैती। रॉबरी, इन ऑल द रॉबरी देयर इज आइदर थैफ्ट और एक्सटॉर्शन, जिहड़ी भी कोई रॉबरी होंदी है उत्थे थैफ्ट भी होंदी है या फिर एक्सटॉर्शन होंदी है, चोरी के नाल कोई चीज़ ले लैनी किसी तो धक्के दे नाल। मैन थैफ्ट इज रॉबरी, ये डेफिनेशन दी गई जो थैफ्ट है जी रॉबरी कदों बन जाती है, ठीक है, चोरी करन गया सीगा अगे मूहरों बंदे टक्कर गए होर हो गए तो फिर वो मतलब कि रॉबरी बन जाती है। इदां ही एक्सटॉर्शन इज रॉबरी, जो किसी नूं एक्सटॉर्ट किया जाता है, डर दिता जाता हैगा ते नाल ही उहदे तो समान ले लिया जाता हैगा, ये भी नाल रॉबरी बन जाती है। डेफिनेशन है
A holds example है कि A holds Z down, ਉਹਨੂੰ ਫੜ ਕੇ ਥੱਲੇ ਗੇਰ ਲੈਂਦਾ ਜਿਹੜਾ A ਹੈਗਾ Z ਨੂੰ, and fraudulently takes Z's money, ਉਹਦੀ ਜਿਹੜੀ ਮਨੀ ਹੈ ਲੈ ਲੈਂਦਾ and jewels from Z's clothes without Z's consent. Here A has committed theft, and in order to committing of that theft he has voluntarily caused wrongful stain to Z. He has therefore committed robbery. ਇੱਥੇ robbery ਮੰਗੀ, robbery commit ਕੀਤੀ ਉਸਨੇ। ਡਕੈਤੀ, ਡਕੈਤੀ ਕੀ ਹੈਗੀ ਹੈ? ਜਿੱਥੇ ਬੰਦੇ ਜਦੋਂ ਜ਼ਿਆਦਾ ਹੋ ਜਾਂਦੇ ਨੇ, 5 ਜਾਂ 5 ਤੋਂ ਵੱਧ ਵਿਅਕਤੀ ਜਦੋਂ when 5 or more persons conjointly commits or attempts to commit a robbery, ਠੀਕ ਹੈ, ਜਦੋਂ ਰੋਬਰੀ ਕਮਿਟ ਕਰਦੇ ਨੇ 5 ਤੋਂ ਵੱਧ ਵਿਅਕਤੀ, ਤਾਂ ਉਹ ਡਕੈਤੀ ਬਣ ਜਾਂਦਾ, ਡਾਕਾ ਮਾਰਨਾ। ਡਾਕੇ ਦੀ ਜਿਹੜੀ ਸਜ਼ਾ ਹੈਗੀ ਹੈ 392 ਦੇ ਵਿੱਚ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੁੰਦੀ ਹੈ। ਪਨਿਸ਼ਮੈਂਟ ਫਾਰ ਦਾ ਰੋਬਰੀ, ਰੋਬਰੀ ਦੀ ਸਜ਼ਾ ਹੀ 10 ਸਾਲ ਦੀ ਹੈ ਤੇ 10 year, and shall also be liable to fine if the robbery be committed on the highway, ਜੇ ਰੋਬਰੀ ਹਾਈਵੇ ਦੇ ਉੱਪਰ ਕਮਿਟ ਕੀਤੀ ਗਈ ਹੈ ਦਿਨ ਦਿਹਾੜੇ, ਇਹ ਕਹਿ ਲਈਏ ਆਪਾਂ ਸਨਸੈਟ ਐਂਡ ਸਨਰਾਈਜ਼ ਦੇ ਵਿਚਕਾਰ ਕੀਤੀ ਗਈ ਹੈ, ਤਾਂ ਜਿਹੜੀ ਇੰਪ੍ਰਿਜ਼ਨਮੈਂਟ ਹੈ ਮੇ ਐਕਸਟੈਂਡ ਟੂ 14 years, ਤਾਂ ਇੱਦਾਂ ਦੀ ਰੋਬਰੀ ਦੇ ਵਿੱਚ ਜਿਹੜੀ ਸਜ਼ਾ ਹੈਗੀ ਆ 14 ਸਾਲ ਤੱਕ ਦੀ ਹੋ ਸਕਦੀ ਹੁੰਦੀ ਹੈ। ਅਟੈਂਪਟ ਟੂ ਕਮਿਟ ਰੋਬਰੀ, ਕੋਸ਼ਿਸ਼ ਕਰਨੀ, ਅਟੈਂਪਟ ਕੀਤੀ ਜਾਂਦੀ ਹੈ ਜਦੋਂ, ਤਾਂ 7 ਸਾਲ ਤੱਕ ਦੀ ਹੁੰਦੀ ਹੈ ਸਜ਼ਾ। 394 ਚ ਹੈਗੀ ਹੈ ਵੋਲੰਟਲੀ ਕਾਜ਼ਿੰਗ ਹਰਟ ਇਨ ਕਮਿਟਿੰਗ ਰੋਬਰੀ, ਰੋਬਰੀ ਕਰਦੇ ਕਰਦੇ ਕੋਈ ਹਰਟ ਵੀ ਕਰ ਦਿੱਤੀ, ਜ਼ਖਮੀ ਵੀ ਕਰਤਾ ਬੰਦੇ ਨੂੰ, ਤਾਂ ਸਜ਼ਾ 10 ਸਾਲ ਤੱਕ ਦੀ ਹੋ ਸਕਦੀ ਹੈ। 395 ਪਨਿਸ਼ਮੈਂਟ ਫਾਰ ਦਾ ਡਕੈਤੀ, ਡਕੈਤੀ ਜਦੋਂ 5 ਜਾਂ 5 ਤੋਂ ਵੱਧ ਵਿਅਕਤੀ ਹੁੰਦੇ ਨੇ, ਵਿਦ ਰਿਗਰਸ ਇੰਪ੍ਰਿਜ਼ਨਮੈਂਟ ਫਾਰ ਏ ਟਰਮ ਵਿਚ ਮੇ ਐਕਸਟੈਂਡ ਟੂ 10 years, 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਉਮਰ ਕੈਦ ਵੀ ਹੋ ਸਕਦੀ ਹੈ, ਇੰਪ੍ਰਿਜ਼ਨਮੈਂਟ ਫਾਰ ਲਾਈਫ ਵੀ ਹੋ ਸਕਦੀ ਹੈ ਡਕੈਤੀ ਦੇ ਕੇਸ ਦੇ ਵਿੱਚ। ਡਕੈਤੀ ਵਿਦ ਮਰਡਰ, ਡਕੈਤੀ ਵੀ ਕੀਤੀ ਹੈ, ਮਰਡਰ ਵੀ ਹੋ ਗਿਆ, ਠੀਕ ਹੈ, ਜਿਹਦੀ ਸਜ਼ਾ ਹੈਗੀ ਹੈ ਉਮਰ ਕੈਦ ਵੀ ਹੋ ਸਕਦੀ ਹੈ, ਉਮਰ ਕੈਦ ਵੀ ਹੋ ਸਕਦੀ ਹੈ, ਮੌਤ ਦੀ ਸਜ਼ਾ ਵੀ ਹੋ ਸਕਦੀ ਹੈ। 396 ਦੇ ਵਿੱਚ ਰਿਗਰਸ ਇੰਪ੍ਰਿਜ਼ਨਮੈਂਟ ਫਾਰ ਟਰਮ ਐਕਸਟੈਂਡ 10 year ਤੱਕ ਦੀ ਜਿਹੜੀ ਹੈਗੀ ਹੈ ਸਖਤ ਸਜ਼ਾ ਵੀ ਕੀਤੀ ਜਾ ਸਕਦੀ ਹੈ। ਰੋਬਰੀ ਔਰ ਡਕੈਤੀ ਵਿਦ ਅਟੈਂਪਟ ਟੂ ਕਾਜ਼ ਡੈਥ ਔਰ ਗ੍ਰੀਵੀਅਸ ਹਰਟ, ਤਾਂ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਅਟੈਂਪਟ ਟੂ ਕਮਿਟ ਰੋਬਰੀ ਔਰ ਡਕੈਤੀ ਵੈਨ ਆਰਮਡ ਵਿਦ ਡੈਡਲੀ ਵੈਪਨਸ, ਦੇ ਨਾਲ ਜਦੋਂ ਮਾਰੂ ਹਥਿਆਰ ਲੈ ਕੇ ਕੋਈ ਅਟੈਂਪਟ ਕਰਦਾ ਹੈ ਰੋਬਰੀ ਦਾ ਜਾਂ ਡਕੈਤੀ ਦਾ, ਤਾਂ ਸਜ਼ਾ ਹੈਗੀ ਹੈ 7 ਸਾਲ ਤੱਕ ਦੀ ਹੁੰਦੀ ਹੈ। ਮੇਕਿੰਗ ਪ੍ਰੈਪਰੇਸ਼ਨ ਟੂ ਕਮਿਟ ਡਕੈਤੀ, ਤਿਆਰੀ ਕਰ ਲੈਣੀ ਡਕੈਤੀ ਕਮਿਟ ਕਰਨ ਦੀ, ਤਾਂ ਸਜ਼ਾ ਹੈਗੀ ਹੈ 10 ਸਾਲ ਤੱਕ ਦੀ ਸਜ਼ਾ ਹੈਗੀ ਹੈ। ਪਨਿਸ਼ਮੈਂਟ ਫਾਰ ਬਿਲੋਂਗਿੰਗ ਟੂ ਦ ਗੈਂਗ ਆਫ ਦ ਡਕੈਤੀ, ਜਿਹੜੇ ਵੀ ਵਿਅਕਤੀ ਹੈਗੇ ਨੇ ਉਸ ਡਕੈਤੀ ਦੇ ਜਿਹੜੇ ਮੈਂਬਰ ਹੈਗੇ ਆ, ਜਿਹੜੇ ਹੈਪਚੁਅਲੀ ਕਮਿਟਿੰਗ ਕਰਦੇ ਆ ਡਕੈਤੀ, ਤਾਂ ਉਹਨੂੰ ਜਿਹੜੀ ਹੈਗੀ ਆ ਸਾਰੇ ਮੈਂਬਰਾਂ ਨੂੰ ਸਜ਼ਾ 10 ਸਾਲ ਤੱਕ ਦੀ ਹੋ ਸਕਦੀ ਹੈ। ਪਨਿਸ਼ਮੈਂਟ ਫਾਰ ਬਿਲੋਂਗਿੰਗ ਟੂ ਗੈਂਗ ਆਫ ਥੀਵਸ, ਇਹ ਚੋਰਾਂ ਦੀ ਗੱਲ ਕੀਤੀ ਗਈ ਹੈ, ਠੱਗਾਂ ਦੀ ਗੱਲ ਕੀਤੀ ਗਈ ਹੈ, ਠੀਕ ਹੈ, ਇੱਥੇ ਜਿਹੜੀ ਸਜ਼ਾ ਹੈਗੀ ਹੈ 7 ਸਾਲ ਤੱਕ ਦੀ ਹੋ ਸਕਦੀ ਹੈ। 401 ਦੇ ਵਿੱਚ ਅਸੈਂਬਲੀ ਫਾਰ ਦਾ ਪਰਪਸ ਆਫ ਕਮਿਟਿੰਗ ਡਕੈਤੀ, ਇਕੱਠੇ ਹੋ ਜਾਣਾ ਡਕੈਤੀ ਕਰਨ ਦੇ ਮਕਸਦ ਦੇ ਲਈ। 402 ਦੇ ਵਿੱਚ ਕਿਹਾ ਗਿਆ ਤਾਂ ਇਕੱਠੇ ਹੋ ਕੇ ਪਲੈਨਿੰਗ ਕਰਨੀ, ਤਿਆਰ ਕਰਨੀ ਡਕੈਤੀ ਡਾਕਾ ਮਾਰਨ ਦੇ ਲਈ, ਠੀਕ ਹੈ, ਪਰ ਡਾਕਾ ਨਹੀਂ ਮਾਰਿਆ ਜੇ ਤਾਂ ਜਿਹੜੀ ਸਖਤ ਸਜ਼ਾ ਹੋ ਸਕਦੀ ਹੈ 7 ਸਾਲ ਤੱਕ ਦੀ ਹੋ ਸਕਦੀ ਹੈ। ਕ੍ਰਿਮੀਨਲ ਮਿਸਐਪਰੋਪ੍ਰੀਏਸ਼ਨ ਆਫ ਦਾ ਪ੍ਰਾਪਰਟੀ, ਚਲੋ not relevant अभी चलो थोड़ा offenses relating to marriage, section 493 ਇਹ ਆਪਾਂ ਪੜਾਂਗੇ ਅਗਲੇ ਲੈਕਚਰ ਦੇ ਵਿੱਚ ਜੀ। ਚੈਪਟਰ 20 ਤੋਂ ਪੜਾਂਗੇ ਅੱਗੇ। ਅੱਜ ਦਾ ਜਿਹੜਾ ਲੈਕਚਰ ਆਪਾਂ ਇੱਥੇ ਬੰਦ ਕਰਾਂਗੇ। ਕਿਸ ਦਾ ਕੋਈ ਕੁਐਸਚਨ ਹੈ ਕਰ ਸਕਦਾ ਜੀ। ਕਿੰਨਾ ਟਾਈਮ ਹੋਇਆ?
हाँ जी, एनी क्वेश्चन? थैंक यू सर। ਅੱਜ ਦਾ ਜਿਹੜਾ ਸਾਡਾ ਅਗਲਾ ਜਿਹੜਾ ਬੁੱਕ ਸਾਡੀ ਹੋਏਗੀ, ਇਹ ਜਿਹੜੀ ਇਸ ਬੁੱਕ ਦਾ ਕੰਮ ਹੈਗਾ ਸਿਰਫ ਸੈਕਸ਼ਨ 20 ਪੜਾਂਗੇ ਅਸੀਂ, ਚੈਪਟਰ 20 ਪੜਾਂਗੇ। ਇਹ 10 ਮਿੰਟ ਦਾ ਰਹਿੰਦਾ ਹੈਗਾ ਤੇ ਇਹ ਸਾਰੇ ਜੁਆਇਨ ਕੀਤੇ ਹੋਏ ਹੋ, ਜੇ ਕਹੋ 10 ਮਿੰਟ ਲਗਾ ਕੇ ਇਸ ਬੁੱਕ ਨੂੰ ਖਤਮ ਕਰ ਦਈਏ। ਹਾਂਜੀ नहीं सर, रहने दो जी आज। हाँ ठीक है, ਅੱਜ ਦੀ ਕਲਾਸ ਆਪਾਂ ਇੱਥੇ ਖਤਮ ਕਰਦੇ ਹਾਂ। ਐਨੀ ਕੁਐਸਚਨ? Okay, then class is over. Thank you very much.